ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਬੂੜੇ ਕੇ ਮਨ ਆਈ, ਹਾਂ ਭੀ ਸੇਵ ਕਰਾਂ ਅਦਕਾਈ। ਸਦਾ ਰਹਾਂ ਆਇਸ ਅਨਸਾਰੀ, ਤਦਪ ਕਿਰਪਾ ਲਹਣੇ ਪਰ ਭਾਰੀ। ਇੱਕ ਦਿਨ ਬੂੜੇ ਕੇ ਮਨ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਚਵਰ ਛਤਰ ਤਖਤ ਸਿੰਘਾਸਣ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ, ਕਰਮਾਂ ਵਾਲੇ ਹੋ, ਜੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਹਾਜ਼ਰੀਆਂ ਭਰ ਕੇ ਸੱਚੇ ਪਾਤਸ਼ਾਹ ਜੀ ਦੀ ਖੁਸ਼ੀਆਂ ਪ੍ਰਾਪਤ ਕਰਦੇ ਹੋ। ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਧੁਰ ਕੀ ਬਾਣੀ ਤੋਂ ਉਪਰੰਤ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਤਿਹਾਸ ਆਪਾਂ ਲੜੀਵਾਰ ਰੂਪ ਵਿੱਚ ਪੜ੍ਹ ਰਹੇ ਹਾਂ, ਜੋ ਕਿ ਗੁਰੂ ਮਹਾਰਾਜ ਜੀ ਨੇ ਸਿੱਖਾਂ ਦੇ ਵਿੱਚ ਵਿਦਿਤ ਕਰਨ ਵਾਸਤੇ, ਪ੍ਰਗਟ ਕਰਨ ਵਾਸਤੇ ਸ੍ਰੀ ਪਰਮ ਲਹਿਣਾ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਵੀ ਇਹੀ ਸਭ ਤਰ੍ਹਾਂ ਨਾਲ ਸੂਰੇ ਹੈ, ਪੂਰੇ ਹੈ। ਅਤੇ ਕਈ ਤਰ੍ਹਾਂ ਦੇ ਜਿਹੜੇ ਪਰਤਾਵੇ ਮਹਾਰਾਜ ਜੀ ਨੇ ਲਏ, ਅਤੇ ਸਾਰੇ ਸਿੱਖ ਆਪੋ ਵਿੱਚ ਇਹੀ ਮਿਲ ਕੇ ਗੱਲਾਂ ਬਚਨ ਕਰਦੇ ਹੈ ਕਿ ਮਹਾਰਾਜ ਜੀ ਦੀ ਜਿਹੜੀ ਮਿਹਰ ਦੀ ਦ੍ਰਿਸ਼ਟੀ ਹੈ, ਸ੍ਰੀ ਪਰਮ ਲਹਿਣਾ ਜੀ ਉੱਪਰ ਜ਼ਿਆਦਾ ਹੀ ਹੈ। ਅਤੇ ਜ਼ਰੂਰ ਇਹ ਦਿਸ ਰਿਹਾ, ਅਨੁਮਾਨ ਲਾਇਆ ਜਾਂਦਾ ਵੀ ਗੁਰੂ ਨਾਨਕ ਸਾਹਿਬ ਜੀ ਜਦੋਂ ਆਪਣਾ ਇਹ ਪੰਜ ਭੂਤਕ ਸਰੀਰ ਛੱਡ ਕੇ ਸੱਚਖੰਡ ਪਿਆਨਾ ਕਰਨਗੇ, ਅਤੇ ਜ਼ਰੂਰ ਮਹਾਰਾਜ ਜੀ ਸ੍ਰੀ ਪਰਮ ਲਹਿਣਾ ਜੀ ਨੂੰ ਹੀ ਆਪਣੀ ਗੁਰਿਆਈ ਬਖਸ਼ ਕੇ ਜਾਣਗੇ। ਭਾਵੇਂ ਕਿ ਮਹਾਰਾਜ ਜੀ ਦੇ ਦੋ ਸਾਹਿਬਜ਼ਾਦੇ ਹੈ, ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਜੀ, ਇਹਨਾਂ ਨੂੰ ਗੁਰਿਆਈ ਦੀ ਵਡਿਆਈ ਦੇਣ, ਇਹ ਕੋਈ ਭਰੋਸਾ ਨਹੀਂ। ਕੁਝ ਸਿਆਣੇ ਵਿੱਚੋਂ ਕਹਿੰਦੇ ਵੀ ਜਦੋਂ ਮਹਾਰਾਜ ਜੀ ਨੇ ਪ੍ਰੀਖਿਆ ਕੀਤੀ ਹੈ ਸਿੱਖਾਂ ਦੀ, ਧਾਨਕ ਰੂਪ ਧਾਰ ਕੇ, ਹੋਰ ਕਈ ਪਰਚੇ ਪਾ ਕੇ, ਅਤੇ ਉਦੋਂ ਵੀ ਇਹ ਲਹਿਣਾ ਜੀ ਪੂਰਨ ਮੁਕੰਮਲ ਤੌਰ 'ਤੇ ਰਹੇ, ਭਰਮੇ ਨਹੀਂ ਹੈ, ਭੱਜੇ ਨਹੀਂ ਹੈ, ਅਤੇ ਹਰ ਇੱਕ ਗੁਰੂ ਕੀ ਸੇਵਾ ਵਿੱਚ ਤਿਆਰ ਬਰ ਤਿਆਰ
ਤੇ ਸੇਵਾ ਵਿੱਚ ਹਾਜ਼ਰ ਹੈ, ਡਿੱਗੇ ਡੋਲੇ ਨਹੀਂ ਹੈ। ਇਸ ਕਰਕੇ ਇਹਨਾਂ ਨੂੰ ਗੁਰਤਾ ਦੇਣੀ ਜੋ ਵੀ ਹੈ ਉਹ ਬਣਦੀ ਹੀ ਹੈ। ਇਹ ਬਚਨ ਮਾਤਾ ਜੀ ਸੁਲੱਖਣੀ ਜੀ ਦੇ ਕੰਨਾਂ ਵਿੱਚ ਪਏ ਸੰਗਤ ਪਾਸੋਂ। ਜਿੱਥੇ ਮਹਾਰਾਜ ਬਿਰਾਜਮਾਨ ਸਨ ਉੱਥੇ ਮਾਤਾ ਜੀ ਆ ਗਏ ਹੈ। ਅਤੇ ਕੀ ਵੇਖਿਆ ਵੀ ਸਾਹਿਬਜ਼ਾਦੇ ਵੀ ਦੋਨੋਂ ਉੱਥੇ ਹੀ ਬੈਠੇ ਹੋਏ ਹੈ। ਇੱਕ ਪਾਸੇ ਸ੍ਰੀ ਪਰਮ ਲਹਿਣਾ ਜੀ ਬਿਰਾਜਮਾਨ ਹਨ, ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਮੁੱਠੀ ਛਾਪੀ ਕਰ ਰਹੇ। ਉਸ ਵੇਲੇ ਮਾਤਾ ਜੀ ਨੇ ਕਿਹਾ ਕਿ ਵੇਖੋ ਸਵਾਮੀ ਜੀ, ਅੱਜ ਤੱਕ ਕਿਸੇ ਨੇ ਇਹੋ ਜਿਹੀ ਉਲਟੀ ਰੀਤੀ ਨਹੀਂ ਧਾਰੀ ਜਿਹੋ ਜਿਹੀ ਆਪ ਜੀ ਨੇ ਧਾਰੀ ਹੈ ਕਿ ਆਪ ਜੀ ਦੇ ਦੋਨੋਂ ਪੁੱਤਰ ਹੀ ਲਾਇਕ ਹੈ, ਸਿਆਣੇ ਹੈ, ਅਤੇ ਜਿਨ੍ਹਾਂ ਪੁੱਤਰਾਂ ਕਰਕੇ ਪਰਿਵਾਰ ਕੁੱਲ ਵੱਧਦਾ ਫੁੱਲਦਾ ਹੈ, ਜਿਨ੍ਹਾਂ ਕਰਕੇ ਸੰਸਾਰ ਵਿੱਚ ਨਾਮ ਰਹਿੰਦਾ ਹੈ। ਲੋਕ ਕਹਿੰਦੇ ਵੀ ਇਹ ਫਲਾਣੇ ਦੇ ਪੁੱਤਰ ਹੈ ਅਤੇ ਉਹਦੀ ਇਹ ਅੱਗੇ ਤੋਂ ਅੱਗੇ ਔਲਾਦ ਚੱਲਦੀ ਆ ਰਹੀ ਹੈ, ਉਹਨਾਂ ਦੀ ਵੰਸ਼ ਹੈ, ਜਿਨ੍ਹਾਂ ਕਰਕੇ ਸੰਸਾਰ ਵਿੱਚ ਨਾਮ ਰਹਿੰਦਾ ਹੈ। ਪਤੀ ਜੀ ਆਪ ਐਸੇ ਗੁਣਕਾਰੀ ਪੁੱਤਰਾਂ ਨੂੰ ਛੱਡ ਕੇ ਅਤੇ ਦਾਸ ਦੇ ਨਾਲ ਬਹੁਤਾ ਪ੍ਰੇਮ ਕਰਦੇ ਹੋ। ਮੈਂ ਦੇਖਦੀ ਹਾਂ ਕਿ ਪੁੱਤਰਾਂ ਨੂੰ ਪ੍ਰੇਮ ਨਹੀਂ ਤੁਸੀਂ ਕਰਦੇ। ਅਤੇ ਆਪ ਜੀ ਹੋਰ ਵੀ ਮੈਂ ਸੁਣਿਆ ਕਿ ਆਪਣੀ ਜਿਹੜੀ ਤਾਕਤ ਹੈ, ਅਗੰਮੀ ਕਲਾ ਹੈ, ਫਿਰ ਗੁਰਿਆਈ ਵਸਤੂ ਹੈ, ਉਹ ਵੀ ਤੁਸੀਂ ਆਪਣੇ ਸੇਵਕ ਨੂੰ ਹੀ ਦੇਣਾ ਚਾਹੁੰਦੇ ਹੋ। ਗੁਰੂ ਸਾਹਿਬ ਜੀ ਚੁੱਪ ਰਹੇ ਹੈ ਅਤੇ ਇੰਨੇ ਨੂੰ ਕਲਾ ਵਰਤਾਉਣ ਵਾਸਤੇ ਇੱਕ ਕੌਤਕ ਕੀਤਾ ਕਿ ਇੱਕ ਬਿੱਲੀ ਜਿਹੜੀ ਹੈ ਉਹਨੇ ਚੂਹੀ ਮੂੰਹ ਵਿੱਚ ਪਾਈ ਹੋਈ ਹੈ, ਅੱਧੀ ਉਹਨੇ ਚੱਬ ਲਈ ਹੈ ਅਤੇ ਧਰਮਸ਼ਾਲਾ ਵਿੱਚੋਂ ਵਿਚਰ ਰਹੀ ਸੀ। ਅੱਧੀ ਕੁ ਜਿਹੜੀ ਚੱਬੀ ਹੋਈ ਚੂਹੀ ਉਹ ਸਿੱਖਾਂ ਨੇ ਉਹਨੂੰ ਡਰਾਇਆ, ਬਿੱਲੀ ਨੂੰ ਭਜਾਇਆ, ਜਿਸ ਕਰਕੇ ਡਰਦੀ ਨੇ ਅੱਧੀ ਚੂਹੀ ਉੱਥੇ ਸੁੱਟ ਦਿੱਤੀ ਹੈ। ਸਤਿਗੁਰੂ ਜੀ ਦੀ ਥੋੜ੍ਹੀ ਵਿੱਥ ਦੇ ਸਾਹਮਣੇ ਮਹਾਰਾਜ ਜੀ ਨੇ ਵੀ ਅੱਜ ਸੋ ਪਤਨੀ ਸੁਲੱਖਣੀ ਨੂੰ ਵੀ ਪੂਰੇ ਦਾ ਪੂਰਾ ਹੀ ਦਿਖਾ ਦਈਏ ਕਿ ਦਾਸ ਦੀ ਕੀ ਕਰਨੀ ਹੈ ਅਤੇ ਪੁੱਤਰਾਂ ਦੀ ਕੀ ਹਾਲ ਹੈ। ਮਹਾਰਾਜ ਜੀ ਨੇ ਉਸ ਵੇਲੇ ਕਿਹਾ, ਪੁੱਤਰ ਸ਼੍ਰੀ ਚੰਦ, ਆਹ ਧਰਮਸ਼ਾਲਾ ਵਿੱਚ ਜਿਹੜੀ ਮਰੀ ਹੋਈ ਚੂਹੀ ਪਈ ਚੰਗੀ ਨਹੀਂ ਲੱਗਦੀ ਸੰਗਤ ਸਾਹਮਣੇ, ਤੁਸੀਂ ਇਹਨੂੰ ਚੁੱਕ ਕੇ ਅਤੇ ਬਾਹਰ ਸੁੱਟ ਆਓ, ਹੱਥ ਧੋ ਕੇ ਵਾਪਸ ਆ ਜਾਓ। ਅਤੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਤਾਂ ਸਿੱਧਾ ਹੀ ਕਹਿਣ ਲੱਗੇ, ਮਹਾਰਾਜ ਪਿਤਾ ਜੀ, ਜਿਹੜੇ ਨਾਟਕੀ ਚੇਟਕੀ ਮਦਾਰੀ ਹੁੰਦੇ ਆ ਉਹੋ ਜਿਹੇ ਮੈਂ ਬਹੁਤ ਤੁਹਾਡੇ ਵਰਗੇ ਦੇਖੇ। ਉਹ ਕਈ ਤਰ੍ਹਾਂ ਦੇ ਕੰਮ ਕਰ ਦਿੰਦੇ, ਕਦੀ ਬਿੱਲੀਆਂ ਬਣਾ ਦਿੰਦੇ, ਕਦੀ ਕਬੂਤਰ ਖੰਭਾਂ ਵਾਲੇ ਬਣਾ ਕੇ ਉਡਾ ਦਿੰਦੇ। ਤੁਹਾਡਾ ਵੀ ਕੁਝ ਐਸਾ ਹੀ ਹੈ ਚੇਟਕ ਨਾਟਕ। ਮੈਂ ਜਾਣਿਆ ਆ ਵੀ ਤੁਸੀਂ ਕਪਟ ਧਾਰਿਆ ਹੋਇਆ, ਪਹਿਲਾਂ ਵੀ ਤੁਸਾਂ ਨੇ ਸੂਰ ਕੁੱਤੇ ਅੱਗੇ ਪਿੱਛੇ ਲਾ ਲਏ ਹੈ, ਸਭ ਨੂੰ ਭਰਮਾ ਦਿੱਤਾ ਹੈ, ਕਦੀ ਤੁਸੀਂ ਮੁਰਦਾ ਦਿਖਾ ਦਿੰਦੇ ਹੋ। ਮੈਂ ਤੁਹਾਡੇ ਇਹਨਾਂ ਕੰਮਾਂ 'ਚ ਨਹੀਂ ਫਸਣ ਵਾਲਾ। ਗੁਰੂ ਸਾਹਿਬ ਜੀ ਚੁੱਪ ਕੀਤੇ ਰਹੇ। ਛੋਟੇ ਸੁਪੁੱਤਰ ਨੂੰ ਕਿਹਾ ਹੈ, ਉਹਨਾਂ ਵੀ ਮੋੜਾਂ ਉੱਤਰ ਹੀ ਦਿੱਤਾ। ਇਹੀ ਸ੍ਰੀ ਪਰਮ ਲਹਿਣਾ ਜੀ ਬੰਨੀ ਦੇਖ ਕੇ ਕਿਹਾ ਜੇ ਹਜੇ ਅੱਧਾ ਬਚਨ ਹੀ ਕਿਹਾ ਹੈ। ਉਸੇ ਵੇਲੇ ਹੀ ਬਿਨਾਂ ਕੁਝ ਦੇਖੇ ਮਰੀ ਹੋਈ ਚੂਹੀ ਚੁੱਕੀ ਹੈ ਅਤੇ ਬਾਹਰ ਸੁੱਟ ਕੇ ਬਣਾ ਸਵਾਰ ਕੇ ਹੱਥ ਮਾਂਜ ਕੇ ਤੇ ਆ ਗਏ। ਗੁਰੂ ਸਾਹਿਬ ਜੀ ਕਹਿਣ ਲੱਗੇ, ਦੇਖ ਸੁਪਤਨੀ, ਪੁੱਤਰਾਂ ਦਾ ਹਾਲ ਵੇਖ ਅਤੇ ਦਾਸ ਦੀ ਕਰਨੀ ਵੇਖ। ਇਹ ਆਪਣੇ ਪੁੱਤਰ ਹੈ ਅਤੇ ਉਹ ਪਰ ਪੁੱਤਰ ਹੈ, ਦੂਸਰੇ ਦੀ ਬਿੰਦ ਹੈ, ਅਤੇ ਕੈਸੀ ਉਹਨਾਂ ਦੀ ਕਰਨੀ ਦਾਸ ਦੀ। ਇਸ ਕਰਕੇ ਦਾਸ ਦੀ ਹੀ ਇਹ ਵਸਤੂ ਹੈ, ਜਿਹੜੀ ਗੁਰਿਆਈ ਹੈ, ਅਗੰਮੀ ਕਲਾ ਹੈ, ਕਿਸੇ ਦੀ ਵੱਸ ਦਾ ਰੋਗ ਨਹੀਂ ਹੈ। ਇਹ ਤਾਂ ਪਰਮੇਸ਼ਰ ਨੇ ਜਿਹਨੂੰ ਵਡਿਆਈ ਦੇਣੀ ਹੈ ਉਹਨੂੰ ਹੀ ਪ੍ਰਾਪਤ ਹੋਏਗੀ। ਇਸੇ ਤਰ੍ਹਾਂ ਦੂਸਰਾ ਪਰਚਾ ਪਾਇਆ। ਇੱਕ ਦਿਨ ਮਹਾਰਾਜ ਰਾਤ ਬਿਰਾਜਮਾਨ ਸੀ, ਉੱਥੇ ਬਾਬਾ ਸ਼੍ਰੀ ਚੰਦ ਹੋਣੀ, ਉੱਥੇ ਸ੍ਰੀ ਪਰਮ ਲਹਿਣਾ ਜੀ ਚਾਦਰਾਂ ਧੋਣ ਵਾਸਤੇ ਕਿਹਾ। ਉਦੋਂ ਜਵਾਬ ਦੇ ਦਿੱਤਾ ਦੋਨੋਂ ਸੁਪੁੱਤਰਾਂ ਨੇ,
ਸ੍ਰੀ ਪਰਮ ਲੈਣਾ ਜੀ ਨੇ ਸੱਤ ਕਰਕੇ ਮੰਨਿਆ ਬਚਨ। ਅੱਧੀ ਰਾਤ ਹੀ ਚਲੇ ਗਏ। ਜਾ ਕੇ ਕੀ ਵੇਖਿਆ, ਉੱਥੇ ਤੇ ਦੁਪਹਿਰ ਲੱਗੀ ਹੋਈ ਹੈ ਨਦੀ 'ਤੇ। ਗੁਰੂ ਕੀ ਕਲਾ ਵਰਤੀ, ਚਾਦਰਾਂ ਧੋ ਕੇ ਆਏ, ਮੱਥਾ ਟੇਕਿਆ। ਕਿਆ ਪੁਰਖਾ ਤੇਰੇ ਵਰਗਾ ਸੰਸਾਰ ਵਿੱਚ ਕੋਈ ਨਹੀਂ ਪੈਦਾ ਹੋਇਆ ਹੈ। ਤੀਸਰਾ ਪਰਚਾ ਫਿਰ ਪਾਇਆ, ਹੋਰ ਦਿਖਾਉਣ ਵਾਸਤੇ ਸੁਲੱਖਣੀ ਮਾਤਾ ਜੀ ਨੂੰ ਲੋਟਾ ਜਿਹੜਾ ਚਿੱਕੜ ਵਿੱਚ ਸੁੱਟ ਦਿੱਤਾ। ਜਦੋਂ ਚਿੱਕੜ ਵਿੱਚ ਲੋਟਾ ਸੁੱਟਿਆ, ਕਿਆ ਪੁੱਤਰ ਲੋਟਾ ਕੱਢੋ, ਬਣਾ ਸਵਾਰ ਕੇ ਲੰਗਰਾਂ ਵਿੱਚੋਂ ਮਾਂਜ ਕੇ ਤੇ ਲੈ ਕੇ ਸਾਨੂੰ ਫੜਾਓ। ਕਹਿਣ ਲੱਗੇ ਪਿਤਾ ਜੀ ਚਾਮਾ ਬਹੁਤ ਮੁੱਲ ਦਾ ਪਾਇਆ ਹੈ, ਚਿੱਕੜ ਵਿੱਚ ਮੈਂ ਤੇ ਨਹੀਂ ਵੜਾਂਗਾ। ਤੁਸੀਂ ਕਹਿੰਦੇ ਉਦਾਸ ਆਪਣੇ ਬਹੁਤ ਹੈ, ਕਿਸੇ ਨੂੰ ਕਹਿ ਕੇ ਤੇ ਕਢਾ ਦਿੰਦੇ ਆ, ਆਗਿਆ ਕਰੋ। ਮਹਾਰਾਜ ਦਾ ਬਚਨ ਨਹੀਂ ਮੰਨਿਆ। ਛੋਟੇ ਸਪੁੱਤਰ ਬਾਬਾ ਲਖਮੀ ਦਾਸ ਜੀ ਨੂੰ ਆਖਿਆ। ਉਹ ਕਹਿਣ ਲੱਗੇ ਪਿਤਾ ਜੀ ਜਦੋਂ ਵੱਡਾ ਹੀ ਨਹੀਂ ਚਿੱਕੜ 'ਚ ਵੜ ਰਿਹਾ, ਫਿਰ ਮੈਂ ਕਿਵੇਂ ਕੱਢ ਸਕਦਾ। ਉਹਨਾਂ ਨੇ ਮਨਾ ਕਰ ਦਿੱਤਾ। ਸ਼੍ਰੀ ਪਰਮ ਲੈਣਾ ਜੀ ਨੂੰ ਕਿਹਾ ਹੈ, ਬਸਤਰ ਤੇ ਇਹਨਾਂ ਵੀ ਬੜੇ ਮੁੱਲ ਦੇ ਪਾਏ ਸੀ, ਪਰ ਬਚਨ ਮੰਨਿਆ। ਉਸੇ ਵੇਲੇ ਛਾਲ ਮਾਰੀ ਚਿੱਕੜ ਵਿੱਚ, ਕੁਝ ਨਹੀਂ ਦੇਖਿਆ। ਲੋਟਾ ਕੱਢਿਆ, ਬਣਾ ਸਵਾਰ ਕੇ ਲੰਗਰਾਂ 'ਚ ਮਾਂਜ ਕੇ ਚੰਗੀ ਤਰ੍ਹਾਂ ਸਤਿਗੁਰੂ ਜੀ ਦੇ ਅੱਗੇ ਲਿਆ ਰੱਖਿਆ। ਸਾਰੇ ਅੰਗ ਹੀ ਚਿੱਕੜ ਦੇ ਨਾਲ ਭਰੇ ਪਏ ਹੈ, ਪਛਾਣੇ ਨਹੀਂ ਜਾਂਦੇ, ਐਸਾ ਸਾਰੇ ਚਿੱਕੜ ਨਾਲ ਭਰ ਗਏ ਹੈ। ਗੁਰੂ ਸਾਹਿਬ ਜੀ ਨੇ ਸੰਗਤ ਵਿੱਚ ਸਾਰਾ ਪ੍ਰਗਟ ਕਰਕੇ ਦਿਖਾ ਦਿੱਤਾ ਵੀ ਸ਼੍ਰੋਮਣੀ ਸੂਰਾ ਪੂਰਾ ਕਿਹੜਾ ਹੈ। ਤਾਂ ਹੀ ਭਾਈ ਸੱਤਾ ਬਲਵੰਡ ਜੀ ਨੇ ਬਚਨਾਂ ਵਿੱਚ ਲਿਖਿਆ ਹੈ, ਸੱਤੇ ਬਲਵੰਡ ਜੀ ਦੀ ਜੋ ਵਾਰ ਰਾਮਕਲੀ ਕੀ ਵਾਰ, ਕਿ ਮਹਾਰਾਜ ਜੀ ਬਾਰੇ ਲਿਖਦੇ ਹੈ ਕਿ ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰੱਟੀਐ, ਦਿਲ ਖੋਟੇ ਆਕੀ ਫਿਰਨ, ਬੰਨ ਭਾਰ ਉਚਾਇਨ ਛੱਟੀਐ। ਕਿ ਪੁੱਤਰਾਂ ਨੇ ਗੁਰੂ ਸਾਹਿਬ ਦਾ ਕੌਲ ਕਹੀਏ ਬਚਨ ਨਹੀਂ ਮੰਨਿਆ। ਜੇ ਬਚਨ ਮੰਨ ਲੈਂਦੇ ਤੇ ਕਰ ਪੀਰ ਹੋ, ਪੀਰ ਕਰ ਦਿੰਦੇ, ਗੁਰੂ ਕਰ ਦਿੰਦੇ ਮਹਾਰਾਜ ਪੁੱਤਰਾਂ ਨੂੰ ਵੀ। ਬਚਨ ਨਹੀਂ ਮੰਨਿਆ, ਜਿਸ ਕਰਕੇ ਕੰਨ ਮੁਰੱਟੀਏ, ਆਪਣਾ ਜਿਹੜਾ ਮੋਢਾ ਹੈ ਨਾ ਕੰਨਾ, ਆਪਣਾ ਪਾਸਾ ਉੱਧਰੋਂ ਮੋੜ ਲਿਆ ਵੀ ਇਹਨਾਂ ਬਚਨ ਨਹੀਂ ਮੰਨਣਾ ਤੇ ਅਸੀਂ ਵੀ ਇਹ ਵੀ ਗੁਰਤਾ ਦੇ ਮਾਲਕ ਨਹੀਂ ਹੋ ਸਕਦੇ। ਦਿਲ ਖੋਟਾ ਆਕੀ ਫਿਰਨ, ਦਿਲ ਖੋਟੇ ਹੈ, ਚੋਰ ਹੈ, ਗੁਰੂ ਕੇ ਬਚਨਾਂ ਤੋਂ ਮੰਨੇ ਨਹੀਂ ਤੇ ਆਕੀ ਹੋਏ ਫਿਰਦੇ ਨੇ। ਆਕੀ ਹੋਏ ਬਚਨ ਨਹੀਂ ਕੋਈ ਮੰਨਿਆ, ਬੰਨ ਭਾਰ ਉਚਾਨ ਛੱਟੀ ਹੈ। ਹਉਮੈ ਰੂਪੀ ਜਿਹੜੀ ਛੱਟ ਦਾ ਭਾਰ ਨਾ ਉਹ ਚੁੱਕੀ ਫਿਰਦੇ ਰਹੇ। ਗੁਰੂ ਸਾਹਿਬ ਕਾ ਬਚਨ ਨਾ ਮੰਨਿਆ, ਗੁਰੂ ਕੀ ਕੜਾਈ ਸੀ। ਕਿਉਂਕਿ ਸਾਧ ਸੰਗਤ ਜੀ ਜੋ ਗੁਰੂ ਜੀ ਨੇ ਆਪ ਮੱਤੇ ਕੀ ਸਰਾਂ ਵਿੱਚ ਜਾ ਕੇ ਬਚਨ ਕੀਤੇ ਹੈ ਪਿਤਾ ਬਾਬਾ ਫੇਰੂ ਮੱਲ ਜੀ ਨੂੰ, ਕਿ ਤੁਹਾਡੇ ਘਰ ਜੋ ਸਪੁੱਤਰ ਹੋਣਗੇ ਭਾਗ ਜਾਗਣਗੇ ਤੁਹਾਡੇ, ਉਹਨਾਂ ਸੇਵਾ ਬਹੁਤ ਕੀਤੀ ਸੀ, ਉਹ ਸਾਡੀ ਗੁਰਤਾ ਦੇ ਮਾਲਕ ਹੋਣਗੇ। ਹੁਣ ਜਦੋਂ ਬਚਨ ਉਹ ਕੀਤੇ ਆ ਫਿਰ ਉਹੀ ਬਚਨ ਪੂਰੇ ਹੋਣੇ ਹੀ ਹੋਣੇ ਆ। ਅਤੇ ਸੰਗਤ ਵਿੱਚ ਹੀ ਪ੍ਰਤੱਖ ਕਰਕੇ ਦਿਖਾ ਦਿੱਤਾ। ਉਂਝ ਗੁਰੂ ਨੂੰ ਕੋਈ ਸੇਵਕਾਂ ਦੀ ਕੋਈ ਲੋੜ ਨਹੀਂ ਸੀ, ਚਾਕਰਾਂ ਦੀ। ਜੋ ਮਹਾਰਾਜ ਆਪ ਇੰਨੀ ਵੱਡੀ ਉਮਰ ਵਿੱਚ ਰਾਵੀ ਨਦੀ 'ਚ ਜਾ ਕੇ ਠੰਡੇ ਜਲ ਵਿੱਚ ਖੜ੍ਹ ਜਾਂਦੇ ਪੋਹ ਮਾਘ ਦੇ ਮਹੀਨੇ 'ਚ, ਅਤੇ ਉਹਨਾਂ ਨੂੰ ਸੇਵਾ ਕਿਸੇ ਦੀ ਕਰਾਉਣ ਦੀ ਕੀ ਲੋੜ ਮਹਾਰਾਜ ਜੀ ਨੂੰ। ਬਸ ਉਹ ਸੰਗਤ ਵਿੱਚ ਪ੍ਰਗਟ ਕਰਨ ਵਾਸਤੇ ਹੀ ਸੱਚੇ ਪਾਤਸ਼ਾਹ ਜੀ ਨੇ ਕੀਤਾ। ਇਸੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਮਨ 'ਚ ਆ ਗਈ ਗੱਲ ਵੀ ਸੇਵਾ ਤਾਂ ਅਸੀਂ ਵੀ ਬੜੀ ਕਰਦੇ ਹਾਂ, ਕਦੀ ਬਚਨ ਨਹੀਂ ਮੋੜਿਆ। ਅਤੇ ਮਹਾਰਾਜ ਜਿਹੜੇ ਹੈ ਉਹਨਾਂ ਦੀ ਜਿਹੜੀ ਕਿਰਪਾ ਦੀ ਦ੍ਰਿਸ਼ਟੀ ਹੈ ਉਹ ਭਾਈ ਲਹਿਣਾ ਜੀ ਅਤੇ ਸ੍ਰੀ ਪਰਮ ਲੈਣਾ ਜੀ ਦੇ ਕੁਝ ਜ਼ਿਆਦਾ ਹੀ ਉੱਪਰ ਹੈ। ਜੇ ਸਾਨੂੰ ਬਚਨ ਕਹਿਣ ਤਾਂ ਅਸੀਂ ਕਦੀ ਮੋੜੀਏ ਨਾ, ਸਾਡੇ 'ਚ ਕੋਈ ਕਮੀ ਨਹੀਂ ਹੈ। ਠੀਕ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਬਹੁਤ ਮਹਾਨ ਬ੍ਰਹਮ ਗਿਆਨੀ ਹੈ। ਗੁਰੂ ਜੀ ਨੇ ਉਹਨਾਂ ਨੂੰ ਵੱਡੇ ਮਰਾਤਬਾ ਸੰਤ ਦਾ ਬਖਸ਼ਿਆ, ਬ੍ਰਹਮ ਗਿਆਨੀ ਦਾ, ਉਹ ਮਿਲਿਆ ਹੀ ਹੋਇਆ ਸੀ। ਪਰ ਜੋ ਧੁਰੋਂ ਨਿਜਤ 10 ਸਰੂਪ ਗੁਰੂ ਅੰਗਦ ਦੇਵ ਸਾਹਿਬ ਜੀ ਦੂਸਰਾ ਸਰੂਪ ਆਉਣਾ ਸੀ, ਅਤੇ ਉੱਥੇ ਹੁਣ ਕੋਈ ਕੀ ਕਰ ਸਕਦਾ। ਉੱਥੇ ਸਿੱਖ ਕੋਈ ਬਰਾਬਰੀ ਨਹੀਂ ਕਰ ਸਕਦਾ, ਭਾਵੇਂ ਕਿ ਲੋਕ ਗੁਰਬਾਣੀ ਦੇ ਪ੍ਰਮਾਣ ਦੇ ਕੇ ਸਿੱਖ ਗੁਰੂ, ਗੁਰੂ ਸਿੱਖ ਹੈ, ਵੀ ਗੁਰੂ ਸਿੱਖ ਹੈ ਅਤੇ ਸਿੱਖ ਗੁਰੂ ਆ। ਅਸਲ ਵਿੱਚ ਉਹ ਤਾਂ ਇਹ ਕਥਾ ਹੈ ਵੀ
जिन्हें सिख ने गुरु का हर वचन मन्निया है तो गुरु महाराज जी ने उस सिख नूं अपनी गुरियाई बख्श दिती। जिवें गुरु नानक साहब जी ने गुरु अंगद देव महाराज जी नूं ते अपना सीस नवाया, वो सिख गुरु है। जिसमें 10 गुरुआं 8-9 गुरुआं ने जिवें कीता है, वो 10 गुरुआं ने इस तरह कीता, वो गुरु है। तो वो गुरु सिख है जिन्हां गुरुआं ने सीस अपना नवाया है, जिस सिख दे अगे पूरा मन के ते जिहड़े सिख नूं गद्दी बख्श दित्ती है। बाकी कोई नहीं है कि आ जिहड़े घर घर हुण बनी बैठे है, कोई आपदा मैं सिख मैं गुरु ही हाँ, कि वो कोई गुरु नहीं है। तो गुरु साहब जी 10वें पातशाह जी ने कहा भी एक एक मत एक एक धामा, घर घर बैठ होए है रामा। घर घर विच ही रब बन के बह जाणगे। कोई किते बैठा है, हुण कोई किते बैठा है, कोई तो किते आंदा मैं तेरा काम कर देना, कोई आंदा किते आ कर देना। इवें वो कुछ नहीं कर सकते हैं। पूरे गुरु का ही कारज है, सब कारणां दे कारज, सब कारजां दे कारण गुरु ही है। इवें साध संगत जी जिवें जिवें प्रीख्या कीती, जिवें बाबा बुढ़ा साहब के मन च भी आई है, वो लड़ीवार रूप विच कथा जा रही है। आपां सरवण करिए। सरवण करन तो पहलां गुरु चरणां विच नवाओ सीस, उचारण करो जी सतनाम श्री वाहिगुरु साहिब जी। सतनाम श्री वाहिगुरु साहिब जी। सतनाम श्री वाहिगुरु साहिब जी। एक दिन बूढ़े के मन आई। ਜਦੋਂ ਸ੍ਰੀ ਪਰਮ ਲਹਿਣਾ ਜੀ ਦੀ ਸੰਗਤ ਵਿੱਚ ਬਹੁਤ ਉੱਚਤਾ ਹੋਈ, ਸਤਿਗੁਰੂ ਜੀ ਨੇ ਵਿਦਤ ਕੀਤੀ, ਪ੍ਰਗਟ ਕੀਤੀ। ਤੇ ਇੱਕ ਦਿਨ ਦੀ ਗੱਲ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਮਨ ਵਿੱਚ ਗੱਲ ਆਈ, ਹਾਂ ਭੀ ਸੇਵ ਕਰਾਂ ਅਧਿਕਾਈ। ਇਹ ਜਿਹੜੀ ਸਤਿਗੁਰੂ ਜੀ ਦੀ ਸੇਵਾ ਹੈ, ਉਹ ਤੇ ਅਸੀਂ ਵੀ ਬਹੁਤ ਦੂਜੇ ਸਿੱਖਾਂ ਨਾਲੋਂ ਵੱਧ ਕਰਦੇ ਹਾਂ। ਸਦਾ ਰਹਾਂ ਆਇਸ ਅਨਸਾਰੀ। ਅਸੀਂ ਵੀ ਹਮੇਸ਼ਾ ਮਹਾਰਾਜ ਦੇ ਆਗਿਆ ਅਨੁਸਾਰੀ ਰਹਿੰਦੇ ਹਾਂ। ਜੋ ਧਾਨਕ ਰੂਪ ਧਾਰ ਕੇ ਤੇ ਝਾੜੀਆਂ 'ਚ ਲੁਕੇ ਸਨ, ਉਹ ਗੱਲ ਨੂੰ ਚੇਤੇ ਨਹੀਂ ਕੀਤਾ, ਯਾਦ ਨਹੀਂ ਕੀਤਾ ਹੈ। ਤੇ ਕਹਿੰਦੇ ਵੀ ਅਸੀਂ ਵੀ ਹਮੇਸ਼ਾ ਮਹਾਰਾਜ ਦੀ ਆਗਿਆ ਅਨੁਸਾਰ ਹੀ ਰਹਿੰਦੇ ਹਾਂ। ਤਦਪ ਕਿਰਪਾ ਲਹਿਣੇ ਪਰ ਭਾਰੀ। ਫਿਰ ਵੀ ਮਹਾਰਾਜ ਜੀ ਦੀ ਜਿਹੜੀ ਕਿਰਪਾ ਦ੍ਰਿਸ਼ਟੀ ਹੈ, ਉਹ ਸ੍ਰੀ ਪਰਮ ਲਹਿਣਾ ਜੀ ਉੱਪਰ ਬਹੁਤ ਜ਼ਿਆਦਾ ਹੀ ਭਾਰੀ ਹੈ। ਜ਼ਿਆਦਾ ਮਹਾਰਾਜ ਦੀ ਮਿਹਰ ਦੀ ਦ੍ਰਿਸ਼ਟੀ ਸ੍ਰੀ ਪਰਮ ਲਹਿਣਾ ਉੱਪਰ ਹੀ ਹੈ। ਅੰਤਰ ਜਾਮੀ ਸ੍ਰੀ ਗੁਰ ਜਾਮੀ। ਜਦੋਂ ਮਨ 'ਚ ਐਸੀ ਵਿਚਾਰੀ ਹੈ, ਇੱਧਰ ਗੁਰੂ ਨਾਨਕ ਸਾਹਿਬ ਜੀ ਦੇ ਅੰਤਰ ਜਾਮੀ ਹੈ, ਦਿਲਾਂ ਦੀਆਂ ਜਾਣਨ ਵਾਲੇ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਮਨ ਦੀ ਜਾਣ ਲਈ ਹੈ ਵੀ ਉਹ ਇਵੇਂ ਸੋਚਦੇ ਵੀ ਸੇਵਾ ਅਸੀਂ ਵੀ ਬੜੀ ਕਰਦੇ ਹਾਂ ਤੇ ਆਗਿਆ ਮਹਾਰਾਜ ਜੀ 'ਚ ਰਹਿੰਦੇ ਹਾਂ। ਤਿਸ ਕੇ ਪਰਖਨ ਕੀ ਬਿਦ ਠਾਨੀ। ਬਾਬਾ ਬੁੱਢਾ ਸਾਹਿਬ ਜੀ ਦੀ ਪਰਖ ਵਾਸਤੇ, ਪ੍ਰੀਖਿਆ ਵਾਸਤੇ ਮਹਾਰਾਜ ਜੀ ਨੇ ਵਿਧੀ ਧਾਰ ਲਈ ਹੈ, ਢੰਗ ਤਰੀਕਾ ਬਣਾ ਲਿਆ ਹੈ। ਉਤੇ ਨਿਸਾ ਇੱਕ ਇਹ ਦਵੈ ਪਾਸਾ। ਇੱਕ ਰਾਤ ਦੀ ਗੱਲ ਹੈ ਕਿ ਸਤਿਗੁਰੂ ਮਹਾਰਾਜ ਬਿਰਾਜਮਾਨ ਸਨ। ਸ੍ਰੀ ਪਰਮ ਲਹਿਣਾ ਜੀ, ਬਾਬਾ ਬੁੱਢਾ ਸਾਹਿਬ ਜੀ ਦੋਵੇਂ ਪਾਸ ਸਨ। ਇੱਥੇ ਕਵੀ ਜੀ ਨੇ 2 ਲਿਖਿਆ ਹੈ। ਮਹਿਮਾ ਪ੍ਰਕਾਸ਼ ਵਿੱਚ ਥੋੜ੍ਹਾ ਜਿਹੜਾ ਹੈ ਉਹ ਵੱਧ ਲਿਖਿਆ ਹੈ ਵੀ ਜਦੋਂ ਉੱਥੇ ਬਾਬਾ ਬੁੱਢਾ ਸਾਹਿਬ ਜੀ ਸਨ ਅਤੇ ਭਾਈ ਭਗੀਰਥ ਹੋਣੀ ਵੀ ਨਾਲ ਸਨ। ਬਾਬਾ ਜੀ ਪੂਛੀ ਬਿਰਤ ਬਿਨਾਨੀ, ਹੇ ਬੁੱਢਾ ਨਿਸਕੇਤਕ ਬਿਤਾਨੀ। ਬੁੱਢੇ ਸਮਝ ਮਨ ਬਾਤ ਬਖਾਨੀ, ਪ੍ਰਭ ਅਰਧ ਰੈਣ ਉਪਰ ਬੀਤਾਨੀ। ਪੁਨ ਭਗੀਰਥ ਸੋ ਪ੍ਰਭ ਕਹਾ, ਤੁਮ ਬੂਝ ਕਹੋ ਨਿਸਕੇਤਕ ਰਹਾ। ਕਈ ਭਗੀਰਥ ਬੂਝ ਸੁਜਾਨੀ, ਅਰਧ ਰੈਣ ਬੀਤੀ ਪ੍ਰਭ ਗਿਆਨੀ। ਪ੍ਰਭ ਸੁਧਾਰਨ ਸੋ ਪ੍ਰਭ ਕਹੀ, ਕਹੋ ਮੀਤ ਨਿਸਕੇਤਕ ਰਹੀ। ਕਹੀ ਸਮਝ ਸਾਧਾਰਨ ਆਦਿ ਰਾਤ, ਬੀਤ ਗਈ ਪ੍ਰਭ ਸੋ ਕਹੀ ਬਾਤ।
ਇਵੇਂ ਭਾਈ ਭਗੀਰਥ ਜੀ, ਭਾਈ ਸੁਧਾਰਨ ਜੀ, ਸ੍ਰੀ ਪਰਮ ਲੈਣਾ ਜੀ, ਬਾਬਾ ਬੁੱਢਾ ਸਾਹਿਬ ਜੀ, ਇਹ ਵੀ ਪਾਸੀ ਸਨ ਰਾਤ ਨੂੰ। ਬੋਲੇ ਬਚਨ ਤਬ ਹੈ ਸੁਖ ਰਾਸਾ। ਸੁੱਖਾਂ ਦੀ ਰਾਸ ਸਤਿਗੁਰੂ ਜੀ ਤਦੋਂ ਬਚਨ ਬੋਲੇ ਅੱਧੀ ਰਾਤ ਹੀ। ਬੂੜੇ ਵਹਿਰ ਨਿਕਸੈ ਕਰ ਦੇਖ। ਬਾਬਾ ਬੁੱਢਾ ਸਾਹਿਬ ਜੀ ਬਾਹਰ ਆ ਘਰ ਤੋਂ ਨਿਕਲ ਕੇ ਦੇਖੋ ਕਿਤਕ ਜਾਮਨੀ ਹੈ ਅਬਸੇਖ। ਕਿ ਹੁਣ ਜਿਹੜੀ ਰਾਤ ਹੈ ਬਾਕੀ ਵੀ ਕਿੰਨੀ ਕੁ ਬਚੀ ਹੋਈ ਹੈ। ਜੇਤੀ ਰਹੀ ਬਤਾਵੋ ਸੋ। ਜਿੰਨੀ ਕੁ ਰਾਤ ਬਾਕੀ ਰਹਿ ਗਈ ਉਹ ਸਾਨੂੰ ਤੁਸੀਂ ਦੱਸੋ। ਕਾਲ ਸਨਾਨ ਭਇਓ ਕੇ ਨਾ ਹੋ। ਕਿ ਸਵਾ ਪੈਰ ਰਾਤ ਰਹਿ ਗਈ ਹੈ, ਇਸ਼ਨਾਨ ਕਰਨ ਦਾ ਸਮਾਂ ਹੋ ਗਿਆ ਕਿ ਨਹੀਂ ਹੋਇਆ ਹੈ। ਨਿਕਸਿਓ ਬੂੜਾ ਦੇਖ ਬਤਾਈ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਮਕਾਨ ਤੋਂ ਬਾਹਰ ਨਿਕਲੇ ਹੈ ਤੇ ਦੇਖ ਕੇ ਦੱਸਿਆ ਹੈ। ਅਰਧ ਨਿਸਾ ਅਬ ਹੈ ਗਤ ਦਾਈ। ਕਹਿਣ ਲੱਗੇ ਮਹਾਰਾਜ ਅੱਧੀ ਰਾਤ ਜਿਹੜੀ ਹੈ ਨਾ ਸੱਚੇ ਪਾਤਸ਼ਾਹ ਜੀ ਹੁਣ ਰਹਿ ਗਈ ਹੈ। ਗੁਰੂ ਕਹਿਓ ਏਤੀ ਅਬ ਨਾਹੀ। ਅੱਧੀ ਰਾਤ ਅਰਧ ਨਿਸਾ ਅਬ ਹੈ ਗਤਦਾਈ। ਮੁਕਤੀ ਦਾਤੇ ਸਤਿਗੁਰੂ ਜੀ ਅੱਧੀ ਰਾਤ ਜਿਹੜੀ ਹੋ ਗਈ ਹੈ ਤੇ ਭਾਵ ਅੱਧੀ ਕੀ ਰਹਿ ਗਈ ਹੈ। ਗੁਰੂ ਕਹਿਓ ਏਤੀ ਅਬ ਨਾਹੀ। ਗੁਰੂ ਸਾਹਿਬ ਜੀ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਧਿਆਨ ਨਾਲ ਦੇਖੋ ਇੰਨੀ ਹੁਣ ਅੱਧੀ ਰਾਤ ਹੈ ਨਹੀਂ ਹੈ। ਏਕਾ ਜਾਮ ਜਾਮਨੀ ਆਹੀ। ਇੱਕ ਜਿਹੜਾ ਨਾ ਪੈਰ ਰਾਤ ਹੀ ਰਹਿ ਗਈ ਹੈ, ਭਾਵ 3 ਵਜੇ ਦਾ ਸਮਾਂ ਹੋ ਗਿਆ, ਇੱਕ ਪੈਰ ਹੀ ਰਾਤ ਰਹਿ ਗਈ ਹੈ। ਭਲੀ ਪ੍ਰਕਾਰ ਬਿਲੋਕ ਬਹਾਰੀ। ਚੰਗੀ ਤਰ੍ਹਾਂ ਨਾ ਇੱਕ ਵਾਰੀ ਫੇਰ ਤੁਸੀਂ ਨਾ ਦੇਖੋ। ਦੇਹੋ ਬਤਾਏ ਖੋਏ ਮਤ ਭੋਰੀ। ਜਿਹੜੀ ਭੋਲੀ ਮੱਤ ਨਾ ਜੱਟਾਂ ਵਾਲੀ, ਉਹ ਭੋਲੀ ਮੱਤ ਜੱਟਾਂ ਵਾਲੀ ਖੋ ਕੇ ਤੇ ਚੰਗੀ ਤਰ੍ਹਾਂ ਦੇ ਕੇ ਦੱਸੋ ਵੀ ਕਿੰਨੀ ਰਾਤ ਹੋਈ ਤੇ ਕਿੰਨੀ ਰਹਿ ਗਈ ਹੈ। ਤਬ ਬੂੜੇ ਪਿਖਨੀ ਕੀ ਭਾਂਤੀ। ਤਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਫੇਰ ਚੰਗੀ ਤਰ੍ਹਾਂ ਬਾਰ-ਬਾਰ ਆ ਕੇ ਦੇਖ ਕੇ ਕਹਿਓ ਪ੍ਰਭੂ ਜੀ ਆਧੀ ਰਾਤੀ। ਫੇਰ ਕਿਹਾ ਪ੍ਰਭੂ ਜੀ ਮੈਂ ਸੱਚ ਹੀ ਕਹਿ ਰਿਹਾ ਵੀ ਅੱਧੀ ਰਾਤ ਜਿਹੜੀ ਆ ਬਤੀਤ ਹੋ ਗਈ ਆ ਤੇ ਅੱਧੀ ਰਹਿ ਗਈ ਹੈ। ਜਾਮ ਨਹੀਂ ਮੈਂ ਦੇਖੀ ਨੀਕੇ। ਮਹਾਰਾਜ ਮੈਂ ਚੰਗੀ ਤਰ੍ਹਾਂ ਵੇਖਿਆ ਵਾ, ਚੰਗੀ ਤਰ੍ਹਾਂ ਦੇਖਿਆ, ਪੈ ਰਾਤ ਨਹੀਂ ਰਹਿ ਗਈ ਹੈ। ਭਾਵ ਜੇ ਪੈ ਰਾਤ ਨਹੀਂ ਰਹੀ ਹੈ, ਅੱਧੀ ਬੀਤ ਗਈ ਤੇ ਅੱਧੀ ਪਈ ਹੈ ਹਜੇ। ਸੁਨ ਬੋਲੇ ਪ੍ਰਿਯ ਸਿੱਖਨ ਜੀ ਕੇ। ਜੋ ਸਿੱਖਾਂ ਦੇ ਬੜੇ ਪਿਆਰੇ ਆ ਗੁਰੂ ਨਾਨਕ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ ਤੋਂ ਇਸ ਤਰ੍ਹਾਂ ਸੁਣ ਕੇ ਫੇਰ ਬਚਨ ਬੋਲੇ। ਏਕਾ ਜਾਮ ਜਾਮਨੀ ਹੋਈ। ਬਾਬਾ ਬੁੱਢਾ ਸਾਹਿਬ ਜੀ ਜਿਵੇਂ ਤੁਸੀਂ ਕਹਿ ਰਹੇ ਉਸ ਤਰ੍ਹਾਂ ਨਹੀਂ ਆ, ਇੱਕ ਪੈਰ ਜਿਹੜੀ ਰਾਤ ਨਾ ਉਹ ਰਹਿ ਗਈ ਹੈ, ਬਸ ਉਹੀ ਬਾਕੀ ਹੈ। ਤਾਨ ਪਿਖੀ ਭਲੀ ਬਿਦ ਸੋਈ। ਆਪ ਜੀ ਨੇ ਨਾ ਅਸਲ ਵਿੱਚ ਚੰਗੀ ਤਰ੍ਹਾਂ ਰਾਤ ਦੇਖੀ ਨਹੀਂ ਹੈ ਕਿ ਪਹਿਰ ਰਾਤ ਹੀ ਰਹਿ ਗਈ ਹੈ। ਬਹਰ ਬੂੜੇ ਦੇਖ ਆਕਾਸ਼ਾ। ਬਾਬਾ ਬੁੱਢਾ ਜੀ ਨੇ ਫਿਰ ਤੀਸਰੀ ਵਾਰ ਚੰਗੀ ਤਰ੍ਹਾਂ ਆਕਾਸ਼ ਵੱਲ ਦੇਖ ਕੇ ਅਰਧ ਰਾਤਰ ਅਬ ਹੈ ਸੁਖ ਰਾਸਾ। ਸੁੱਖਾਂ ਦੀ ਰਾਸ ਮਹਾਰਾਜ ਮੈਂ ਪੂਰਾ ਅਨੁਮਾਨ ਲਾ ਕੇ ਵੇਖ ਰਿਹਾ। ਅਸੀਂ ਦੇਖ ਲਿਆ ਕਿਉਂਕਿ ਖੇਤੀ ਕਰਦੇ ਹਾਂ, ਸਾਨੂੰ ਸਭ ਪਤਾ ਹੈ ਵੀ ਕਿੱਥੇ ਤਾਰੇ ਆ ਜਾਣ, ਕਿੱਥੇ ਆ ਪ੍ਰਕਾਸ਼ ਹੋ ਜੇ ਤੇ ਰਾਤ ਕਿੱਥੇ ਕਿੰਨੇ ਵਜੇ ਆ ਜਾਂਦੀ ਹੈ। ਇਵੇਂ ਸੁੱਖਾਂ ਦੀ ਰਾਸ ਹੁਣ ਨਾ ਅੱਧੀ ਰਾਤ ਹੀ ਹੋਈ ਹੈ। ਤੀਨ ਬਾਰੀਆਂ ਬਚਨ ਹਟਾਏ। ਇਵੇਂ ਤਿੰਨ ਵਾਰ ਸਤਿਗੁਰ ਜੀ ਦੇ ਬਚਨ ਜਿਹੜੇ ਆ ਨਾ ਉਹ ਮੋੜ ਦਿੱਤੇ। ਸ੍ਰੀ ਗੁਰ ਕੋ ਆਸਾ ਨਹਿ ਪਾਏ। ਗੁਰੂ ਨਾਨਕ ਸਾਹਿਬ ਦਾ ਜਿਹੜਾ ਆਛਾ ਅੰਦਰਲਾ ਰੁੱਖ ਖਿਆਲ ਹੈ ਉਹ ਨਹੀਂ ਸਮਝ ਪਾਏ ਹੈ ਵੀ ਮਹਾਰਾਜ ਜੀ ਕਹਿ ਰਹੇ ਆ ਵੀ ਪਹਿਰ ਰਾਤ ਰਹਿ ਗਈ ਹੈ, ਬਾਬਾ ਬੁੱਢਾ ਸਾਹਿਬ ਜੀ ਕਹੀ ਜਾਂਦੇ ਵੀ ਅੱਧੀ ਰਾਤ ਰਹਿ ਗਈ। ਵੀ ਗੁਰੂ ਕਾ ਹੁਣ ਬਚਨ ਤੇ ਇਹ ਮੰਨਣਾ ਸੀ ਵੀ ਜਿੰਨੀ ਮਹਾਰਾਜ ਨੇ ਕਹਿ ਦਿੱਤੀ ਹੈ ਵੀ ਅੱਧੀ ਰਹਿ ਗਈ ਤੇ ਅੱਧੀ ਰਹਿ ਗਈ ਹੈ। ਜੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਪੈਰ ਰਹਿ ਗਈ ਹੈ ਤੇ ਪੈਰ ਹੀ ਰਹਿ ਗਈ ਹੈ, ਪਰ ਉਹ ਬਚਨ ਮੋੜ ਦਿੱਤਾ 3 ਵਾਰੀ। ਆਪਣੀ ਗੱਲ ਅੱਗੇ ਰੱਖੀ ਵੀ ਨਹੀਂ ਮਾਰੇ ਅੱਧੀ ਹੈ, ਗੁਰੂ ਸਾਹਿਬ ਕਹਿੰਦੇ ਪੈਰ ਰਾਤ ਰਹਿ ਗਈ ਹੈ। ਇਵੇਂ 3 ਵਾਰੀ ਬਚਨ ਮੋੜ ਦਿੱਤਾ ਤੇ ਸੱਤ ਕਹਿਣਾ ਤੇ ਇਹ ਸੀ ਵੀ ਮਹਾਰਾਜ 7 ਬਚਨ ਜਿੰਨੀ ਹੋ ਗਈ ਹੈ, ਜਿੰਨੀ ਤੁਸੀਂ ਕਹਿ ਰਹੇ ਹੋ ਉਨੀ ਹੀ ਹੈ। ਇਹ ਸਿੱਖ ਦਾ ਕੰਮ ਹੈ। ਉਹ 7 ਬਚਨ ਕਹਿਣਾ ਦੇ ਦੂਰ ਰਿਹਾ
ਤੇ ਆਪਣਾ ਬਚਨ ਰੱਖਿਆ ਅੱਗੇ, ਤੇ ਗੁਰੂ ਦਾ ਬਚਨ 3 ਵਾਰੀ ਮੋੜਿਆ। ਸੱਚੇ ਪਾਤਸ਼ਾਹ ਜੀ ਅੰਦਰਲੇ ਆਸ਼ੇ ਨੂੰ ਸਮਝ ਨਹੀਂ ਪਾਏ ਹੈ। ਲਹਣੇ ਸੋ ਬੋਲੇ ਗਤ ਦਾਈ। ਮੁਕਤੀ ਦਾਤਾ ਸਤਿਗੁਰੂ ਜੀ ਉਸ ਵੇਲੇ ਸ੍ਰੀ ਪਰਮ ਲੈਣਾ ਜੀ ਵੱਲ ਦੇਖ ਕੇ ਬੋਲੇ ਬਚਨ, ਤੂੰ ਅਵਲੋਕ ਵਹਿਰ ਅਬ ਜਾਈ। ਪੁਰਖਾ ਹੁਣ ਤੂੰ ਬਾਹਰ ਜਾ ਕੇ ਦੇਖ, ਜੇਤੀ ਨਿਸ ਹੈ ਦੇਹੋ ਬਤਾਈ। ਜਿੰਨੀ ਰਾਤ ਰਹਿ ਗਈ ਉਹ ਸਾਨੂੰ ਦੇਖ ਕੇ ਚੰਗੀ ਤਰ੍ਹਾਂ ਤੇ ਦੱਸ ਦਿਓ। ਨਿਕਸਿਓ ਤੂਰਨ ਦੇਰ ਨਾ ਲਾਈ। ਸ੍ਰੀ ਪਰਮ ਲੈਣਾ ਜੀ ਸਤਿਗੁਰ ਜੀ ਦੀ ਆਗਿਆ ਸੁਣ ਕੇ ਛੇਤੀ ਨਾਲ ਹੀ ਮੰਦਰ ਮਕਾਨ ਚੋਂ ਬਾਹਰ ਨਿਕਲਿਆ, ਕੋਈ ਦੇਰੀ ਨਹੀਂ ਲਾਈ। ਉਡਗਨ ਕੋ ਬਿਲੋਕ ਕਹਿ ਬਾਣੀ। ਤਾਰਿਆਂ ਵੰਨੀ ਦੇਖ ਕੇ ਤੇ ਸਤਿਗੁਰ ਜੀ ਨੂੰ ਬਾਣੀ ਬਚਨ ਕਹਿਣ ਲੱਗੇ। ਅਰਧ ਨਿਸਾ ਅਬ ਸ੍ਰੀ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ, ਜਿਵੇਂ ਬਾਬਾ ਬੁੱਢਾ ਸਾਹਿਬ ਜੀ, ਬਾਬਾ ਭਗੀਰਥ ਜੀ, ਇਸੇ ਤਰ੍ਹਾਂ ਭਾਈ ਸਧਾਰਨ ਜੀ ਕਹਿ ਰਹੇ ਨਾ, ਅੱਧੀ ਰਾਤ ਹੋਈ, ਅੱਧੀ ਰਾਤ ਹੀ ਹੋਈ ਹੈ। ਗੁਰ ਬੋਲੇ ਦੇਖੋ ਤੁਮ ਨੀਕੇ। ਗੁਰੂ ਸਾਹਿਬ ਕਹਿਣ ਲੱਗੇ ਵੀ ਪੁਰਖਾ ਇੱਕ ਵਾਰ ਫਿਰ ਚੰਗੀ ਤਰ੍ਹਾਂ ਤੂੰ ਦੇਖ। ਜਾਮ ਜਾਮਨੀ ਹੈ ਬਠੀਕੇ। ਅਸੀਂ ਕਹਿ ਰਹੇ ਵੀ ਠੀਕ ਸੱਚੋ ਸੱਚ ਪੂਰੇ ਦਾ ਪੂਰਾ ਟਾਈਮ ਦੱਸ ਰਹੇ ਵੀ ਪਹਿਰ ਰਾਤ ਦੀ ਜਿਹੜੀ ਹੈ ਉਹ ਰਹਿ ਗਈ ਹੈ ਬਾਕੀ। ਦੋਹਰਾ ਲਹਣਾ ਹਿਰਦੈ ਵਿਚਾਰਈ। ਉਸ ਵੇਲੇ ਸ੍ਰੀ ਪਰਮ ਲੈਣਾ ਜੀ ਨੇ ਹਿਰਦੇ ਵਿਚਾਰ ਕੀਤੀ ਹੈ ਆਦੀ ਹੀ ਰਾਤ। ਕਿ ਜਿਹੜੀ ਵੇਖਿਆ ਤੇ ਹੈ ਤੇ ਉਂਝ ਅੱਧੀ ਹੀ ਰਾਤ ਹੈ। ਤਦਿਪ ਗੁਰੂ ਸੁਹਾਵ ਜੋ। ਕਿ ਜੋ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਹੈ, ਜੋ ਭਾਈ ਸਧਾਰਨ ਜੀ ਕਹਿ ਰਹੇ ਹੈ, ਜੋ ਭਾਈ ਭਗੀਰਥ ਜੀ ਕਹਿ ਰਹੇ ਹੈ ਤੇ ਗੱਲ ਉਹ ਸੱਚੀ ਹੈ। ਜੋ ਅਸਾਂ ਨੇ ਵੇਖੀ ਹੈ ਵੀ ਉਹ ਅੱਧੀ ਰਾਤ ਦੀ ਹੈ ਤੇ ਅੱਧੀ ਰਾਤ ਹੀ ਹੈ। ਫਿਰ ਵੀ ਜਿਹੜੇ ਗੁਰੂ ਕੇ ਜੋ ਗੁਰੂ ਹੈ ਨਾ, ਸੁੰਦਰ ਸੁੰਦਰ ਬਚਨ ਹੈ ਜੋ ਮਹਾਰਾਜ ਜੀ ਦੇ, ਸੋ ਨਹਿ ਜਾਣਿਓ ਜਾਤ। ਉਹ ਸਾਡੇ ਵਰਗੇ ਜਿਹੜੇ ਹੈ ਨਾ ਗੁਰੂ ਕੇ ਬਚਨ ਮਹਾਰਾਜ ਦੇ ਸਮਝ ਨਹੀਂ ਸਕਦੇ। ਅਸੀਂ ਦਾਸ ਬਹੁਤ ਛੋਟੇ ਹਾਂ, ਮਹਾਰਾਜ ਦੀ ਆਸ਼ੇ ਨੂੰ ਸਮਝ ਨਹੀਂ ਸਕਦੇ ਵੀ ਗੁਰੂ ਕੇ ਬਚਨਾਂ ਵਿੱਚ ਜਿਹੜੀ ਸੁੰਦਰਤਾ ਉਹ ਗੁਰੂ ਕਹਿਣਾ ਕੀ ਚਾਹੁੰਦੇ ਹੈ। ਚੌਪਈ ਯੋ ਮਨ ਗੁਣ ਕਾ ਬੈਨ ਅਲਾਏ। ਇਉਂ ਮਨ ਵਿੱਚ ਵਿਚਾਰ ਕੇ ਫਿਰ ਬਚਨ ਕਹੇ। ਰੱਬ ਮਮ ਨੈਣ ਹੁਤੇ ਅਲਸਾਏ। ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਜੀ, ਸਾਡੇ ਜਿਹੜੇ ਨੇਤਰ ਹੈ ਨਾ, ਜਦੋਂ ਮੈਂ ਉੱਠਿਆ ਸੀ ਉਹ ਅਲਸਾਏ ਹੋਏ ਸੀ, ਐਵੇਂ ਨੀਂਦ ਆਵਲੇ ਸਨ, ਅੱਧੇ ਖੁੱਲੇ ਅੱਧੇ ਬੰਦ ਸਨ। ਭੂਲ ਕਹਿਓ ਮੈਂ ਆਧੀ ਰਾਤੀ। ਇਸ ਕਰਕੇ ਮਹਾਰਾਜ ਜੀ ਭੁੱਲ ਹੋ ਗਈ, ਭੁੱਲ ਕੇ ਮੈਂ ਕਹਿ ਦਿੱਤਾ ਵੀ ਅੱਧੀ ਰਾਤ ਹੀ ਹੈ। ਜਾਮ ਏਕ ਹੀ ਅਬ ਸੁਧ ਜਾਤੀ। ਹੁਣ ਮੈਂ ਜਾਣਿਆ, ਹੁਣ ਖਬਰਸਾਰ ਸੁਧ ਜਾਣੀ ਹੈ ਵੀ ਜਿੰਨੀ ਆਪ ਕਹਿ ਰਹੇ ਰਾਤ ਵੀ ਇੱਕ ਪੈਰ ਰਹਿ ਗਈ, ਇੱਕ ਪੈਰ ਹੀ ਹੈ ਮਹਾਰਾਜ ਰਾਤ। ਜਿਤਨੀ ਨਿਸਾ ਬਿਤਾਈ ਰਾਵਰ। ਆਪ ਜੀ ਨੇ ਜਿੰਨੀ ਰਾਤ ਬਿਤਾ ਦਿੱਤੀ ਹੈ, ਭਾਵ ਜਿੰਨੀ ਰਾਤ ਲੰਘਾ ਦਿੱਤੀ ਹੈ, ਜਿਤਨੀ ਬੀਤੀ ਨਾ ਮੈਂ ਲਖ ਬਾਵਰ। ਗੁਰੂ ਸਾਹਿਬ ਜੀ ਉਨੀ ਬੀਤੀ ਹੈ ਜਿੰਨੀ ਆਪ ਜੀ ਨੇ ਲੰਘਾ ਦਿੱਤੀ ਹੈ, ਪਾਰ ਕਰਾ ਦਿੱਤੀ ਹੈ। ਅਸੀਂ ਨਾ ਮੇਰੇ ਵਰਗੇ ਮਹਾਰਾਜ ਝੱਲੇ ਹੈ, ਬੌਰੇ ਹੈ, ਆਪ ਜੀ ਨੂੰ ਜਾਣ ਨਹੀਂ ਸਕਦੇ। ਅਬ ਜਿਤਨੀ ਰਾਖੀ ਸੋ ਰਹੀ। ਪ੍ਰਭੂ ਜੀ ਜਿੰਨੀ ਹੁਣ ਆਪ ਜੀ ਨੇ ਰਾਤ ਰੱਖੀ ਹੈ ਉਹੀ ਉਹ ਬਚ ਰਹੀ ਹੈ। ਸਰਬ ਕਾਲ ਕੋ ਕਰਤਾ ਤੁਹੀ। ਸਾਰੇ ਸਮਿਆਂ ਦੇ ਕਰਤਾ ਤੁਸੀਂ ਹੋ ਮਹਾਰਾਜ। ਭੂਤ ਦੇ, ਭਵਿੱਖ ਦੇ, ਵਰਤਮਾਨ ਦੇ, ਸਭ ਦੇ ਤੁਸੀਂ ਕਰਤਾ ਹੋ। ਆਪ ਤੁਸੀਂ ਅਕਾਲ ਹੋ, ਕਾਲਾਂ ਦੇ ਕਾਲ ਹੋ ਆਪ ਤੇ। ਸਾਰੇ ਸਮੇਂ ਤੁਹਾਡੇ ਵਿੱਚ ਹੀ ਹੈ। ਭਾਵ ਜਿਹੜੇ ਵੀ ਹੁਣ ਸਮਾਂ ਤੇ ਨਿਜਤ ਹੈ ਸੰਸਾਰੀ ਸ੍ਰਿਸ਼ਟੀ ਬ੍ਰਹਿਮੰਡ ਵਾਸਤੇ, ਤੇ ਤੁਸੀਂ ਤੇ ਸਮੇਂ ਤੋਂ ਹੀ ਪਰੇ ਹੋ, ਅਕਾਲ ਹੋ, ਕਿਸੇ ਸਮੇਂ 'ਚ ਨਹੀਂ ਆਉਂਦੇ। ਸਾਰੇ ਸਮੇਂ ਮਹਾਰਾਜ ਉਹਨਾਂ ਦੇ ਤੁਸੀਂ ਕਰਤਾ, ਤੁਸੀਂ ਬਣਾਏ ਹੋਏ ਹੈ ਸਾਰੇ ਸਮੇਂ। ਭਾਵ ਜਿਹੜੀ ਰਾਤ ਹੈ ਉਹ ਭਾਵੇਂ ਅੱਧੀ ਹੈ, ਭਾਵੇਂ ਹਲੇ ਪੈਰ ਹੀ ਬੀਤੀ ਹੈ, ਤੁਹਾਡੇ ਹੱਥ ਵਿੱਚ ਹੀ ਹੈ ਵੀ ਰਾਤ ਕਿੰਨੀ ਰੱਖਣੀ ਹੈ ਕਿੰਨੀ ਨਹੀਂ ਰੱਖਣੀ। ਸਭ ਕਾਲਾਂ ਦੇ ਸਮਿਆਂ ਦੇ ਕਰਤਾ ਹੋ ਤੁਸੀਂ। ਭਾਈ ਅਵਗਿਆ ਸ਼ਿਮਾ ਕਰੀਜਾ। ਗੁਰੂ ਮਹਾਰਾਜ ਜਿਹੜਾ ਮੋੜਵਾਂ ਬਚਨ ਕੀਤਾ ਨਾ ਵੀ ਅੱਧੀ ਰਾਤ ਹੋਈ, ਇਹ ਗੁਰੂ ਮਹਾਰਾਜ ਤੁਹਾਡੀ ਅਵਗਿਆ ਕੀਤੀ, ਨਰਾਦਰੀ ਕੀਤੀ ਹੈ।
ਉਹ ਜਿਹੜੀ ਨਿਰਾਦਰੀ ਕੀਤੀ ਹੈ क्षमा ਕਰੀਏ ਸਤਿਗੁਰੂ ਜੀ। ਔਗਣ ਹਾਰ ਸਦਾ ਬਖਸ਼ੀਜੈ। ਗੁਰੂ ਸਾਹਿਬ ਅਸੀਂ ਤੇ ਸਦਾ ਹੀ ਔਗੁਣ ਆ ਰਹੀ ਹਾਂ। ਹਮ ਅਵਗੁਣ ਭਰੇ ਗੁਣ ਨਾਹੀਂ, ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਸਾਡੇ 'ਚ ਕੋਈ ਔਗੁਣ ਨਹੀਂ ਹੈ। ਬਖਸ਼ਣ ਮਹਾਰਾਜ ਅਸੀਂ ਔਗੁਣ ਆ ਰਹੇ ਹਾਂ, ਤੁਸੀਂ ਹਮੇਸ਼ਾ ਬਖਸ਼ਣ ਹਾਰੋ, ਬਖਸ਼ ਦੇਈਓ। ਮੰਦ ਮਤੀ ਮੈਂ ਪਿਖਿਓ ਨਾਨੀ ਕੇ। ਕਿੰਨੀ ਮਾੜੀ ਮੱਤ ਵਾਲਾ ਮਹਾਰਾਜ ਮੈਂ ਤੁਹਾਡੇ ਕੋਈ ਰਹਿ ਰਿਹਾ ਤੇ ਚੰਗੀ ਤਰ੍ਹਾਂ ਵੇਖਿਆ ਨਹੀਂ ਹੈ ਕਿ ਰਾਤ ਕਿੰਨੀ ਬੀਤੀ ਹੋਈ ਹੈ। ਬੋਲਿਓ ਕੂਰਤ ਮਾਰਨ ਜੀ ਕੇ। ਤੁਹਾਡੀ ਆਗਿਆ ਤੇ ਦੂਰ ਦੀ ਗੱਲ ਰਹੇ, ਸਗੋਂ ਸਤਿਗੁਰੂ ਜੀ ਤੁਹਾਡੇ ਕੋਲ ਝੂਠ ਬੋਲਿਆ ਹੈ। ਆਪਣੀ ਗੱਲ ਅੱਗੇ ਰੱਖੀ ਹੈ ਜਿਹੜੀ ਨਹੀਂ ਚਾਹੀਦੀ ਸੀ ਰੱਖਣੀ। ਸਨਕੈ ਪਰਮ ਪ੍ਰਸੀਦੇ ਦਿਆਲਾ। ਐਸੇ ਨਿਮਰਤਾ ਦੇ ਬਚਨ ਵੇਖ ਕੇ ਪਰਮ ਜੋ ਮਹਾਨ ਹੀ ਸਤਿਗੁਰੂ ਦਿਆਲੂ ਕਿਰਪਾਲੂ ਹੈ, ਬਹੁਤ ਪ੍ਰਸੰਨ ਹੋਏ ਹੈ। ਲਖਿਓ ਸਰਬ ਤੇ ਦਾਸ ਵਿਸਾਲਾ। ਜਾਣ ਲਿਆ ਵੀ ਸਾਰਿਆਂ ਤੋਂ ਜਿਹੜਾ ਨਾ ਸਾਡਾ ਦਾਸ ਲੈਣਾ ਜੀ, ਇਹ ਮਹਾਨ ਹੈ, ਉੱਚੇ ਹੈ। ਤਾਉ ਕਸੌਟੀ ਉਤਰਿਓ ਪੂਰਾ। ਤਾਂ ਤੇ ਜਿਹੜੀਆਂ ਸਾਡੀਆਂ ਸਭ ਪ੍ਰਕਾਰ ਦੀ ਕਸੌਟੀਆਂ ਕਸਵੱਟੀਆਂ ਵਿੱਚੋਂ ਪ੍ਰੀਖਿਆ ਵਿੱਚੋਂ ਇਹ ਪੂਰਾ ਉਤਰਿਆ ਹੈ, ਪੂਰੇ ਨਿਕਲੇ ਆ, ਸੂਰੇ ਪੂਰੇ ਹਨ। 12 ਬਾਨੀ ਭਇਓ ਸੋਰੂਰਾ। ਜਿਵੇਂ 12 ਅੱਗਾਂ ਦਾ ਤਾਉ ਸਹਿ ਚੁੱਕਾ ਹੁੰਦਾ ਨਾ, ਸੋਨਾ ਦੇ ਸ਼ੁੱਧ ਹੋ ਜਾਂਦਾ ਹੈ। 12 ਅੱਗਾਂ ਨੂੰ ਸਹਿ ਕੇ 12 ਮਨੀ ਦਾ ਸੋਨਾ ਜਿਹਨੂੰ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਇੱਕ ਕਸਵੱਟੀ ਰੂਪ ਅੱਗ ਨੂੰ ਸਹਿ ਸਹਿ ਕੇ ਤਾਉ ਸਹਿ ਸਹਿ ਕੇ 12 ਮਨੀ ਸੋਨੇ ਦੇ ਨਿਆਈ ਇਹਨਾਂ ਦਾ ਸਰੀਰ, ਇਹਨਾਂ ਦਾ ਮਨ ਸ਼ੁੱਧ ਹੋ ਗਿਆ ਹੈ, ਸੋਹਣਾ ਹੋ ਗਿਆ ਹੈ। ਪਰਖਿਓ ਸੇਵਕ ਸਭ ਹੀ ਭਾਂਤੀ। ਸਭ ਤਰ੍ਹਾਂ ਨਾਲ ਹੀ ਸੇਵਕਾਂ ਨੂੰ ਪਰਖਿਆ ਹੈ। ਕਮਤੀ ਰਹੀ ਨਾ ਜਾਣੀ ਜਾਤੀ। ਆਪਣੇ ਸੇਵਕ ਨੂੰ ਸਭ ਤਰ੍ਹਾਂ ਨਾਲ ਪਰਖਿਆ ਹੈ ਤੇ ਹੁਣ ਤੇ ਜਾਣੀ ਜਾਂਦੀ ਹੈ ਗੱਲ ਵੀ ਕੋਈ ਵੀ ਇਹਨਾਂ 'ਚ ਕਮੀ ਨਹੀਂ ਰਹੀ ਹੈ, ਕੋਈ ਕਮੀ ਰਹਿ ਹੀ ਨਹੀਂ ਗਈ ਹੈ, ਸਭ ਤਰ੍ਹਾਂ ਨਾਲੇ ਪੂਰੇ ਸੂਰੇ ਹਨ। ਉਚਿਤ ਖਜ਼ਾਨੇ ਪਾਵਨ ਦੇਖਾ। ਮਹਾਰਾਜ ਜੀ ਨੇ ਦੇਖਿਆ ਵੀ ਇਹਨਾਂ ਨੂੰ ਸਵੈ ਸਰੂਪ ਦੀ ਪ੍ਰਾਪਤੀ ਰੂਪ ਜਿਹੜਾ ਖਜ਼ਾਨਾ ਉਹਦੇ ਵਿੱਚ ਪਾਉਣਾ ਯੋਗ ਹੀ ਹੈ। ਗੁਰਿਆਈ ਦੀ ਜਿਹੜਾ ਖਜ਼ਾਨਾ ਹੈ, ਜੋ ਪਾਵਨ ਪਵਿੱਤਰ ਗੁਰਿਆਈ ਦਾ ਖਜ਼ਾਨਾ, ਉਹਦੇ ਯੋਗ ਹੀ ਹਨ। ਸਰੂਪ ਦੀ ਪ੍ਰਾਪਤੀ ਨੂੰ ਖਜ਼ਾਨੇ ਦੇ ਪਾਉਣ ਯੋਗ ਹਨ, ਭਾਵ ਅਭੇਦ ਕਰ ਦੇਣਾ ਚਾਹੀਦਾ। ਹੁਣ ਆਪਣੀ ਜੋਤ ਇਹਨਾਂ ਵਿੱਚ ਪ੍ਰਵੇਸ਼ ਕਰ ਦੇਣੀ ਚਾਹੀਦੀ ਹੈ। ਦੇਖਿਆ ਹੈ ਕਰੀ ਕਿਰਪਾ ਪ੍ਰਸੀਦ ਬਸੇਖਾ। ਬਹੁਤ ਪ੍ਰਸੰਨ ਹੋ ਕੇ ਸਤਿਗੁਰੂ ਜੀ ਨੇ ਫਿਰ ਕਿਰਪਾ ਹੀ ਕੀਤੀ ਹੈ। ਤਖਤ ਦੇਨ ਕੀ ਮਨ ਬਿਦ ਆਨੀ। ਇਹ ਜਿਹੜਾ ਸਾਡਾ ਗੁਰਿਆਈ ਦਾ ਘਰੋਂ ਹੀ ਹੈ ਤਖਤ ਹੈ, ਉਹ ਮਨ ਵਿੱਚ ਵਿਧੀ ਠਾਣ ਲਈ ਲੈ ਆਂਦੀ ਕਿ ਇਹਨਾਂ ਨੂੰ ਤਖਤ ਦੇ ਦੇਣਾ ਹੈ। ਪਲਟੋ ਦੇਖ ਭਲੇ ਔਰ ਠਾਨੀ। ਇਹਦੇ ਵਿੱਚ ਚੰਗੀ ਇਹ ਵਿਚਾਰੀ ਹੈ ਵੀ ਆਪਣਾ ਜਿਹੜਾ ਭੇਖ ਹੈ, ਸਰੂਪ ਹੈ, ਉਹ ਪਲਟ ਦੇਣਾ ਹੈ। ਭਾਵ ਆਪਣਾ ਜਾਮਾ ਹੁਣ ਪਲਟ ਦੇਣਾ, ਜੋਤ ਤੇ ਉਹੀ ਰਹੇਗੀ, ਸਰੀਰ ਰੂਪੀ ਲਿਬਾਸ ਪਲਟ ਦੇਣਾ, ਦੂਸਰਾ ਜਾਮਾ ਕਰ ਦੇਣਾ ਅੰਗਦ ਰੂਪ। ਸੁਖ ਸਾਗਰ ਪੂਰਨ ਅਬਨਾਸੀ। ਜੋ ਸੁੱਖਾਂ ਦੇ ਸਾਗਰ ਹੈ, ਪਰਿਪੂਰਨ ਵਿਆਪਕ ਹੈ, ਨਾਸ ਤੋਂ ਰਹਿਤ ਅਬਨਾਸੀ ਹਨ। ਸੋ ਕਾਟਤ ਸੇਵਕ ਜਮ ਫਾਸ। ਜੋ ਕਾਟਤ ਸੇਵਕ ਜਮ ਫਾਸੀ। ਜੋ ਆਪਣੇ ਸੇਵਕਾਂ ਦੀਆਂ ਫਾਹੀਆਂ ਨੂੰ ਕੱਟਦੇ ਆ, ਮਹਾਰਾਜ ਜੀ ਉਹਨਾਂ ਨੇ ਐਸੀ ਹਿਰਦੇ ਵਿੱਚ ਧਾਰ ਲਈ ਹੈ। ਸਵਈਆ ਰੂਪ ਨਾ ਰੇਖ ਨਾ ਰੰਗ ਨਾ ਰਾਗ। ਜੋ ਰੂ ਰਾਗ ਨਾ, ਜਿਸ ਪਰਮੇਸ਼ਰ ਦਾ ਕੋਈ ਰੂਪ ਨਹੀਂ ਹੈ। ਚੱਕਰ ਚਿੰਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹ। ਅਚਲ ਮੂਰਤ ਅਨੁਭਾਵ ਪ੍ਰਕਾਸ਼ਮ ਤੋਜ ਕਹਿਜੈ। ਐਸੇ ਜੋ ਪਰਮੇਸ਼ਰ ਦਾ ਰੂਪ ਕੋਈ ਆਕਾਰ ਨਹੀਂ ਹੈ ਖਾਸ, ਜਿਹਦਾ ਕੋਈ ਰੇਖ ਨਹੀਂ ਹੈ, ਮੱਛ ਕਛ ਆਦਿਕ ਦੀਆਂ ਰੇਖਾਵਾਂ ਜਿਵੇਂ ਸਾਡੇ ਹੱਥਾਂ ਪੈਰਾਂ ਪੇਟ ਗਲ 'ਤੇ ਹੈ, ਜਿਹਦੇ ਕੋਈ ਮੱਛ ਕਛ ਆਦਿਕ ਦੀ ਰੇਖਾ ਨਹੀਂ ਹੈ, ਕਿਉਂਕਿ ਉਹਦਾ ਸਰੂਪ ਹੀ ਅੰਗਾਂ ਵਾਲਾ ਨਹੀਂ ਹੈ, ਪ੍ਰਕਾਸ਼ ਰੂਪ ਹੈ। ਤੇ ਜਿਹਦਾ ਕੋਈ ਰੰਗ ਗੋਰਾ ਕਾਲਾ ਚਿੱਟਾ ਐਸਾ ਨਹੀਂ ਹੈ ਖਾਸ, ਰਾਗ ਨਾ। ਫਿਰ ਜਿਸ ਨੂੰ ਰਾਗ ਕਹੀਏ ਕੋਈ ਮੋਹ ਨਹੀਂ ਹੈ। ਰੋਗ ਨਾ ਸੋਗ ਅਕਾਲ ਸਦਾਏ। ਕੋਈ ਹਉਮੈ ਹੰਗਤਾ ਦਾ ਰੋਗ ਨਹੀਂ ਹੈ, ਨਾ ਕੋਈ ਸੋਗ ਗਮ ਹੈ,
ਕਾਲ ਤੋਂ ਰਹਿਤ ਸੱਦਿਆ ਜਾਂਦਾ ਹੈ। ਜੋ ਅਕਾਲ ਜਿਸ ਦਾ ਨਾਮ ਸਦਾ ਹਮੇਸ਼ਾ ਹੀ ਹਮੇਸ਼ਾ ਸੱਦਿਆ ਜਾਂਦਾ ਹੈ। ਪੂਰਨ ਸ੍ਰੀ ਪਰਮੇਸ਼ਰ ਜੋ ਪਰਿਪੂਰਨ ਹੈ ਤੇ ਸ਼੍ਰੋਮਣੀ ਪਰਮ ਈਸ਼ਰ ਹੈ। ਜੋ ਪੁਰਸ਼ੋਤਮ ਪਾਰ ਨਹੀਂ ਕਹਿ ਪਾਏ। ਪੁਰਸ਼ਾਂ ਤੋਂ ਉੱਤਮ ਹੈ ਵਾਹਿਗੁਰੂ, ਜਿਸ ਦਾ ਕਿਸੇ ਨੇ ਅਜੇ ਤੱਕ ਪਾਰਾਵਾਰ ਨਹੀਂ ਪਾਇਆ ਹੈ। ਪਾਤ ਨਾ ਜਾਤ ਨਾ ਮਾਤ ਨਾ ਤਾਤ ਨਾ। ਜਿਹਦੀ ਕੋਈ ਪੰਕਤੀ ਸ਼੍ਰੇਣੀ ਨਹੀਂ ਹੈ, ਕੋਈ ਜਾਤੀ ਨਹੀਂ ਹੈ, ਨਾ ਕੋਈ ਮਾਂ ਹੈ, ਨਾ ਕੋਈ ਜਿਸ ਦਾ ਪਿਓ ਹੈ, ਨਾ ਭਰਾ ਹੈ। ਭਰਾਤ ਨਾ ਵੇਦ ਅਨੰਤ ਅਲਾਏ। ਜਿਹਦਾ ਕੋਈ ਭਰਾਤ ਨਹੀਂ, ਤਾਤ ਨਾ ਵੀ ਤਾਤ ਦਾ ਅਰਥ ਪਿਆਰਾ ਵੀ ਹੁੰਦਾ, ਭਰਾ ਵੀ ਹੁੰਦਾ ਹੈ, ਤੇ ਤਾਤ ਦਾ ਅਰਥ ਪਿਓ ਵੀ ਹੁੰਦਾ ਹੈ। ਜਿਹਦਾ ਕੋਈ ਤਾਤ ਨਹੀਂ ਹੈ, ਭਾਵ ਜਿਹਦਾ ਕੋਈ ਪਿਆਰਾ ਨਹੀਂ ਹੈ, ਤੇ ਭਰਾਤ ਨਾ, ਕਿਉਂਕਿ ਉਹਨੂੰ ਮੋਹ ਨਹੀਂ ਹੈ। ਮੋਹ ਵਾਲਿਆਂ ਦੇ ਪਿਆਰੇ ਹੁੰਦੇ ਆ, ਭਗਤ ਉਹਨੂੰ ਪਿਆਰੇ ਹੈ, ਪਰ ਉਹ ਪਰਮੇਸ਼ਰ ਇਸ ਅਵਸਥਾ ਤੋਂ ਹੀ ਪਰੇ ਪ੍ਰਕਾਸ਼ ਰੂਪ ਵਿੱਚ। ਭਰਾਤ ਨਾ, ਜਿਹਦਾ ਕੋਈ ਭਰਾ ਨਹੀਂ ਹੈ, ਜਿਸ ਨੂੰ ਵੇਦ ਬੇਅੰਤ ਬੇਅੰਤੀ ਕਹਿੰਦੇ ਹੈ। ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ। ਸੋ ਕਰਤਾਰ ਧਰਾ ਅਵਤਾਰ। ਉਸ ਕਰਤਾਰ ਪਰਮੇਸ਼ਰ ਨੇ ਅਵਤਾਰ ਧਾਰਿਆ ਹੈ। ਧਰਾ ਪਹਿ ਨਾਨਕ ਰੂਪ ਸਹਾਏ। ਧਰਤੀ ਉੱਪਰ ਉਸ ਪਰਮੇਸ਼ਰ ਨੇ ਅਵਤਾਰ ਧਾਰਿਆ ਹੈ, ਸ੍ਰੀ ਗੁਰੂ ਨਾਨਕ ਸਰੂਪ ਹੋ ਕੇ ਸੋਭਨੀਕ ਹੋ ਰਹੇ ਹੈ। ਜੰਗਮ ਔ ਜੜ ਜਾਹੇ ਰਚੇ। ਜਿਸ ਵਾਹਿਗੁਰੂ ਨੇ ਜੰਗਮ ਤੁਰਨ ਫਿਰਨ ਵਾਲੇ ਜੀਵ ਤੇ ਜੜ ਜਿਹੜੇ ਇੱਕ ਥਾਂ ਰੁੱਖ ਆਦਿਕ ਖੜੇ ਫਲਾਂ ਵਾਲੇ ਸਭ ਜਿਸ ਨੇ ਰਚੇ ਬਣਾਏ ਹੈ। ਨਰ ਨਾਰਨ ਕੇ ਜਿਹ ਚਿੰਨ ਬਣਾਏ। ਇਸਤਰੀ ਮਰਦ ਦੇ ਜਿਸ ਪਰਮੇਸ਼ਰ ਨੇ ਚਿੰਨ ਬਣਾਏ, ਵੱਖੋ ਵੱਖਰੀ ਪਛਾਣ ਬਣਾਈ ਹੈ, ਨਿਸ਼ਾਨੀਆਂ ਬਣਾਈਆਂ ਹੈ। ਜੋਤ ਸਰੂਪ ਅਨੂਪਮ ਰੂਪ ਹੈ। ਜੋ ਜੋਤੀ ਸਰੂਪ ਹੈ, ਉਪਮਾ ਤੋਂ ਰਹਿਤ ਜਿਹਦਾ ਸਰੂਪ ਹੈ। ਭੂਪਨ ਭੂਪ ਜੋ ਰਾਵਨ ਰਾਏ। ਪਾਤਸ਼ਾਹਾਂ ਦਾ ਜੋ ਪਾਤਸ਼ਾਹ ਹੈ, ਰਾਜਿਆਂ ਦਾ ਜੋ ਰਾਜਾ ਹੈ। ਆਦ ਅਨਾਦ ਅਗਾਧ ਅਬਾਦ। ਜੋ ਆਦਿ ਰੂਪ ਹੈ, ਸਭ ਦਾ ਮੁੱਢ, ਤੇ ਆਪ ਅਨਾਦਿ ਜਿਹਦਾ ਕੋਈ ਯਾਦ ਨਹੀਂ ਹੈ, ਤੇ ਅਗਾਧ ਕਹੀਏ ਜੋ ਬੜਾ ਡੂੰਘਾ ਥਾਂ ਹੈ, ਤੇ ਆਬਾਦ ਕਹੀਏ ਜਿਹਦਾ ਬਾਦ ਨਹੀਂ ਤਿੰਨਾਂ ਸਮਿਆਂ 'ਚ ਹੁੰਦਾ ਹੈ। ਉਹ ਪਰਮਾਤਮਾ ਹੀ ਹੈ ਜਿਹਦਾ ਤਿੰਨਾਂ ਸਮਿਆਂ ਵਿੱਚ ਆਬਾਦ ਨਹੀਂ ਹੁੰਦਾ ਹੈ, ਬਾਦ ਨਹੀਂ ਹੁੰਦਾ, ਜੋ ਬਾਦ ਤੋਂ ਰਹਿਤ ਹੈ, ਪੀੜਾ ਤੋਂ ਰਹਿਤ ਹੈ, ਅਪਾਰ ਹੈ, ਬੇਅੰਤ ਹੈ। ਰਾਧਤ ਸਾਧ ਸਦਾ ਚਿਤ ਲਾਏ। ਸਦਾ ਹੀ ਜਿਸ ਨੂੰ ਸਾਧੂ ਜਨ ਜਿਨ੍ਹਾਂ ਨੇ ਮਨ ਬੁੱਧ ਨੂੰ ਸਾਧਿਆ ਹੈ, ਪਰਮੇਸ਼ਰ ਵੱਲ ਲਾਇਆ ਹੈ, ਤੇ ਜਿਨ੍ਹਾਂ ਨੇ ਸਾਧੂਆਂ ਨੇ ਹਮੇਸ਼ਾ ਚਿੱਤ ਲਾ ਕੇ ਜਿਸ ਪਰਮੇਸ਼ਰ ਨੂੰ ਆਰਾਧਦੇ ਹਨ। ਸੋ ਗੁਰ ਨਾਨਕ ਠਾਨ ਲਈ ਮਨ। ਉਹ ਐਸੇ ਹੈ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ, ਉਹਨਾਂ ਨੇ ਮਨ ਵਿੱਚ ਠਾਣ ਲਈ, ਧਾਰ ਲਈ ਹੈ। ਅੰਗਦ ਦੇਹ ਮੈਂ ਜਾਓ ਸਮਾਏ। ਕਿ ਹੁਣ ਅਸੀਂ ਆਪਣਾ ਜਿਹੜਾ ਜੋਤ ਹੈ ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਰੀਰ ਵਿੱਚ ਜਾ ਸਮਾਈਏ, ਆਪਣੀ ਜੋਤ ਉਧਰ ਸਮਾ ਦਈਏ, ਲੀਨ ਕਰ ਦਈਏ, ਅੰਗਦ ਰੂਪ ਹੋ ਜਾਈਏ। ਸ੍ਰੀ ਪਰਮਾਤਮ ਵਿਆਪਕ ਥਾਪਕ ਖਾਪਕ। ਥਾਪਕ ਤੇ ਸ੍ਰੀ ਪਰਮਾਤਮ ਵਿਆਪਕ ਥਾਪਕ। ਜੋ ਵਾਹਿਗੁਰੂ ਪਰਮ ਆਤਮ ਵੱਡੀ ਆਤਮ ਹੈ, ਤੇ ਵਿਆਪਕ ਹੈ ਸਭ ਥਾਂ, ਥਾਪਕ ਸਭ ਨੂੰ ਥਾਪਣ ਵਾਲਾ ਹੈ। ਥਾਪਕ ਹੈ ਭਵ ਤਾਪ ਮਿਟਾਏ। ਥਾਪਕ ਜੋ ਖੈ ਕਰਤਾ ਨਾਸ ਕਰਤਾ ਹੈ, ਜੋ ਕਿ ਖਿਨ ਮੈਂ ਥਾਪੋ ਥਾਪਦਾ ਤਿਸ ਬਿਨ ਨਹੀਂ ਕੋਈ ਐਸਾ ਜੋ ਪਰਮੇਸ਼ਰ ਹੈ। ਖਿਨ ਮੈਂ ਥਾਪੋ ਥਾਪਣ ਹਾਰਾ, ਤੇ ਜਿਸ ਨੇ ਸੰਸਾਰ ਦੇ 3 ਪ੍ਰਕਾਰ ਦੇ ਤਾਪ ਵੀ ਮਿਟਾਏ ਹੋਏ, ਭਾਵ ਸਭ ਤਾਪ ਵੀ ਮਿਟਾਏ ਹੈ। ਪਾਪ ਕਲਾਪ ਨਸਾ ਜਿਹ ਜਾਪਤੇ। ਜਿਸ ਵਾਹਿਗੁਰੂ ਦੇ ਜਾਪ ਤੇ ਸਮੂਹ ਪਾਪ ਹੀ ਜਿਹੜੇ ਨਸ ਜਾਂਦੇ, ਨਾਸ ਹੋ ਜਾਂਦੇ ਹੈ। ਆਪ ਹੀ ਆਪ ਅਮਾਪ ਰਹਾਏ। ਜੋ ਆਪਣੇ ਆਪ ਵਿੱਚ ਹੀ ਅਮਾਪ, ਮਾਪ ਤੋਂ ਰਹਿਤ, ਗਿਣਤੀ ਮਿੰਤੀ ਤੋਂ ਰਹਿਤ ਰਹਿੰਦਾ, ਮਾਪਨ ਤੋਂ ਹੀ ਜੋ ਰਹਿਤ ਹੈ। ਸ੍ਰੀ ਜਗ ਕਾਰਨਾ ਦੰਭ
ਬਿਦਾਰਨਾ। ਜੋ ਸ਼੍ਰੋਮਣੀ ਵਾਹਿਗੁਰੂ ਸੰਸਾਰ ਦਾ ਕਾਰਨ ਮੂਲ ਮੁੱਢ ਹੈ ਤੇ ਪਖੰਡ ਦਾ ਨਾਸ ਕਰਤਾ ਹੈ। ਦਾਸ ਉਦਾਹਰਨ ਜਾਂ ਬਿਰਦਾਏ। ਜਿਸ ਦਾ ਵੀ ਦਾਸਾਂ ਨੂੰ ਉਧਾਰ ਹੀ ਦੇਣਾ, ਪਾਰ ਕਰ ਹੀ ਦੇਣਾ, ਜਿਹਦਾ ਬਿਰਧ ਹੈ ਪ੍ਰਣ ਨਿਯਮ ਪ੍ਰਤੱਗਿਆ ਹੀ ਹੈ। ਸੋ ਗੁਰ ਨਾਨਕ ਜੀ ਠਟੀ। ਐਸੇ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਨੇ ਜੀ ਵਿੱਚ ਠੱਟੀ ਧਾਰੀ ਹੈ। ਲਹਣੇ ਤਨ ਬੀਚ ਬਿਰਾਜਾ ਜਾਏ। ਤੇ ਆਪਣੇ ਪਿਆਰੇ ਲਹਿਣੇ ਦੇ ਸਰੀਰ ਵਿੱਚ ਹੁਣ ਅਸੀਂ ਬਿਰਾਜੀਏ, ਇਹ ਸਰੀਰ ਛੱਡ ਦਈਏ, ਆਪਣਾ ਜਾਮਾ ਪਲਟਾ ਦਈਏ, ਆਪਣੀ ਜੋਤ ਸ੍ਰੀ ਪਰਮ ਲੈਣਾ ਜੀ ਵਿੱਚ ਪ੍ਰਵੇਸ਼ ਕਰ ਦਈਏ। ਦੋਹਰਾ ਕਰ ਸਨਾਨ ਐਰਾਵਤੀ। ਕਰ ਇਸ਼ਨਾਨ ਐਰਾਵਤੀ। ਇਵੇਂ ਰਾਵੀ ਨਦੀ ਵਿੱਚ ਇਸ਼ਨਾਨ ਕਰਨ ਲਈ ਗਮਨੇ ਉਠ ਭੁਨਸਾਰ। ਤੜਕਾ ਹੁੰਦਿਆਂ ਹੀ ਸਤਿਗੁਰੂ ਜੀ ਉੱਠ ਕੇ ਚੱਲ ਪਏ ਐ। ਸੇਵ ਹਿਤ ਲਹਿਣਾ ਚੱਲਿਓ। ਇੱਕ ਸ੍ਰੀ ਪਰਮ ਲੈਣਾ ਜੀ ਜਿਵੇਂ ਸਤਿਗੁਰੂ ਜੀ ਦੀ ਸੇਵਾ ਵਾਸਤੇ ਰੋਜ਼ਾਨਾ ਹੀ ਜਾਂਦੇ ਸਨ, ਵੀ ਮਹਾਰਾਜ ਦੇ ਬਸਤਰ ਫੜ ਕੇ ਕਿਨਾਰੇ ਤੇ ਬੈਠਦੇ ਸੀ, ਫਿਰ ਆਪ ਇਸ਼ਨਾਨ ਕਰਦੇ ਸੀ। ਉਸੇ ਤਰ੍ਹਾਂ ਅੱਜ ਵੀ ਸੇਵਾ ਵਾਸਤੇ ਸ੍ਰੀ ਪਰਮ ਲੈਣਾ ਜੀ ਨਾਲ ਹੀ ਚੱਲੇ ਐ। ਜਾਂ ਕੋ ਚਰਨ ਆਧਾਰ। ਜਿਸ ਸ੍ਰੀ ਪਰਮ ਲੈਣਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਬੜਾ ਵੱਡਾ ਆਸਰਾ ਹੈ। ਚੌਪਈ ਜਾਏ ਤੀਰ ਪਰ ਬਸਤਰ ਉਤਾਰੇ। ਜਾ ਕੇ ਨਦੀ ਰਾਵੀ ਦੇ ਕਿਨਾਰੇ ਸਤਿਗੁਰੂ ਜੀ ਨੇ ਆਪਣੇ ਸਾਰੇ ਵਸਤਰ ਉਤਾਰੇ ਹੈ। ਸ੍ਰੀ ਗੁਰ ਪਰ ਵਿਸ਼ੇ ਨੀਰ ਮਝਾਰੇ। ਗੁਰੂ ਨਾਨਕ ਸਾਹਿਬ ਜੀ ਰਾਵੀ ਨਦੀ ਦੇ ਜਲ ਵਿੱਚ ਜਾ ਪ੍ਰਵੇਸ਼ ਹੋਏ ਹੈ। ਕਰ ਸਨਾਨ ਮਦ ਠਾਂਡੇ ਰਹੇ। ਇਸ਼ਨਾਨ ਕਰਕੇ ਮਹਾਰਾਜ ਡੂੰਘੇ ਜਲ ਵਿੱਚ ਖੜੇ ਰਹੇ ਹੈ। ਜਿਨ ਬਹੁ ਦਾਸਨ ਕੇ ਦੁਖ ਦਹੇ। ਜਿਨ੍ਹਾਂ ਸਤਿਗੁਰੂ ਜੀ ਨੇ ਆਪਣੇ ਦਾਸਾਂ ਦੇ ਬਹੁਤ ਦੁੱਖ ਲੋਕ ਪਰਲੋਕ ਦੇ ਦਗਦ ਕੀਤੇ ਹੈ। ਤਿਹ ਸ਼ਿਨ ਲਹਣੇ ਕੀਨ ਸਨਾਨਾ। ਉਸ ਸਮੇਂ ਸ੍ਰੀ ਪਰਮ ਲੈਣਾ ਜੀ ਨੇ ਵੀ ਇਸ਼ਨਾਨ ਕੀਤਾ। ਬੈਠਿਓ ਤਟ ਪਰ ਲਾਏ ਧਿਆਨਾ। ਤੇ ਰਾਵੀ ਨਦੀ ਦੇ ਕਿਨਾਰੇ ਤੇ ਆ ਕੇ ਬੈਠ ਗਏ ਤੇ ਧਿਆਨ ਲਾ ਲਿਆ ਹੈ। ਦਸਵੇਂ ਦੁਆਰੇ ਸਵਾਸ ਟਿਕਾਇਓ। ਦਸਵਾਂ ਦਵਾਰ ਜਿੱਥੇ ਪਰਮ ਚੇਤਨ ਸਰੂਪ ਦਾ ਵਾਸਾ, ਉੱਥੇ ਆਪਣੇ ਸਵਾਸਾਂ ਨੂੰ ਟਿਕਾਇਆ। ਪ੍ਰੇਮਨ ਮਗਨ ਧਿਆਨ ਰਸ ਆਇਓ। ਪ੍ਰੇਮ ਵਿੱਚ ਐਸੇ ਮਸਤ ਲੀਨ ਹੋਏ ਹੈ, ਧਿਆਨ ਲਾਉਣ ਦਾ ਬਹੁਤ ਜ਼ਿਆਦਾ ਹੀ ਰਸ ਆਇਆ ਹੈ। ਜੋ ਸਰੂਪ ਸ੍ਰੀ ਨਾਨਕ ਸੁੰਦਰ। ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੋਹਣਾ ਸੁੰਦਰ ਸਰੂਪ ਹੈ। ਸੋਹਣੇ ਨਕ ਜਿਨ ਲੰਬੜੇ ਵਾਲਾ, ਕੰਚਨ ਕਾਇਆ ਸੋਨੇ ਕੀ ਢਾਲਾ। ਸੋ ਠਹਰਾਏ ਹਿਰਦੇ ਕੇ ਅੰਦਰ। ਉਹ ਸੋਹਣਾ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਹਿਰਦੇ ਦੇ ਅੰਦਰ ਠਹਿਰਾ ਲਿਆ, ਟਿਕਾ ਲਿਆ ਹੈ। ਭਇਓ ਵਿਦੇਹ ਦੇਹ ਸੁਧ ਨਾਹੀ। ਸਰੀਰ ਵਿੱਚ ਰਹਿੰਦਿਆਂ ਰਹਿੰਦੇ ਵਿਦੇਹ ਹੋ ਗਏ, ਸਰੀਰ ਤੋਂ ਪਰੇ ਹੋ ਗਏ, ਸਰੀਰ ਦੀ ਕੋਈ ਹੋਸ਼ ਹੀ ਨਹੀਂ ਹੈ। ਸੁਖ ਅਮੋਲ ਪਾਇਓ ਔਰ ਮਾਹੀ। ਹਿਰਦੇ ਵਿੱਚ ਐਸਾ ਧਿਆਨ ਲਾਇਆ ਵੀ ਮੁੱਲ ਤੋਂ ਰਹਿਤ ਅਮੋਲਕ ਬੇਅੰਤ ਬੇਅੰਤੀ ਸੁਖ ਪਾਇਆ ਹੈ। ਨਿਸ਼ਚਲ ਬੈਠਿਓ ਧਿਆਨ ਨਿਮਗਨਾ। ਜਿਵੇਂ ਸ੍ਰੀ ਪਰਮ ਲੈਣਾ ਜੀ ਅਚਲ ਜਿਹੜਾ ਇੱਕ ਰਸ ਧਿਆਨ ਲਾ ਕੇ ਬੈਠੇ ਹੋਏ ਤੇ ਮਸਤ ਲੀਨ ਹੋਏ ਹੈ। ਗੁਰ ਸਰੂਪ ਕੀ ਇੱਕ ਲਿਵ ਲਗਨਾ। ਬਸ ਗੁਰੂ ਕੇ ਸਰੂਪ ਦੀ ਇੱਕ ਲਿਵ ਲੱਗਣਾ ਕੀਤੀ ਲੱਗੀ ਹੋਈ ਹੈ। ਸ੍ਰੀ ਗੁਰ ਬੰਦੇ ਪ੍ਰੇਮ ਕੀ ਡੋਰੀ। ਇੱਧਰ ਗੁਰੂ ਨਾਨਕ ਸਾਹਿਬ ਜੀ ਦੇ ਅੰਤਰਜਾਮੀ ਹੈ ਵੀ ਸਾਡੇ ਸਰੂਪ ਦਾ ਧਿਆਨ ਕੌਣ ਕੌਣ ਧਾਰ ਰਿਹਾ ਹੈ। ਗੁਰੂ ਮਹਾਰਾਜ ਪ੍ਰੇਮ ਦੀ ਡੋਰ ਨਾਲ ਬੰਦੇ ਹੋਏ। ਨਿਜ ਤਪ ਕਰਨ ਦੀਨ ਤਬ ਸ਼ੋਰੀ। ਆਪਣੀ ਜਿਹੜੀ ਸਮਾਧੀ ਹੈ ਉਹ ਜਲ ਵਿੱਚ ਖੜਿਆ ਜਿਹੜੀ ਕਰ ਰਹੇ ਆ, ਤਪ ਕਰ ਰਹੇ, ਉਹ ਤਪ ਕਰਨਾ ਆਪਣਾ ਛੱਡ ਦਿੱਤਾ ਉਸ ਵੇਲੇ। ਤਟ ਪਰ ਆਏ ਦਾਸ ਕੋ ਹੇਰਾ। ਕਿਨਾਰੇ ਦਰਾਵੀ ਦੇ ਉੱਪਰ ਆ ਕੇ ਆਪਣੇ ਦਾਸ ਸ੍ਰੀ ਪਰਮ ਲੈਣਾ ਜੀ ਵੱਲੀ ਤੱਕਿਆ ਹੈ। ਜਿਹ ਸੁਧ ਨਹ ਤਨ ਕੀ ਤਿਸ ਬੇਰਾ। ਜਿਸ ਪਰਮ ਲੈਣਾ ਦਾਸ ਜੀ ਨੂੰ ਉਸ ਵੇਲੇ ਕੋਈ ਸਰੀਰ ਦੀ ਸੁੱਧ ਹੋਸ਼ ਹੀ ਨਹੀਂ ਹੈ। ਲਹਿਰ ਰੂਪ ਨਹ ਪਿਖੇ ਅਨੂਪਾ। ਜੋ ਸ੍ਰੀ ਪਰਮ ਲੈਣਾ ਜੀ ਸਤਿਗੁਰ ਜੀ ਦਾ ਬਾਹਰਲਾ ਸਰੂਪ ਪ੍ਰਤੱਖ ਹੈ,
ਅਨੂਪਮ ਸੁੰਦਰ ਉਹਨੂੰ ਤੇ ਦੇਖ ਹੀ ਨਹੀਂ ਰਹੇ। ਅੰਤਰ ਧਿਆਨ ਰੂਪ ਅਨਰੂਪਾ। ਬਸ ਹਿਰਦੇ ਦੇ ਅੰਦਰ ਧਿਆਨ ਅੰਤਰਮੁਖ ਬਿਰਤੀ ਵਿੱਚ ਹੋਏ ਹੈ। ਸਤਿਗੁਰ ਜੀ ਦਾ ਧਿਆਨ ਜਿਹੜਾ ਸਰੂਪ ਦਾ ਧਿਆਨ ਹੈ ਅੰਤਰਮੁਖ ਬਿਰਤੀ ਹੋ ਕੇ ਉਹ ਦਰਸ਼ਨ ਕਰੀ ਜਾ ਰਹੇ ਹੈ ਅਨਰੂਪਾ, ਉਸ ਦੇ ਅਨੁਸਾਰੀ ਹੋ ਕੇ। ਅਤੇ ਐਸੇ ਭਾਵ ਮਗਨ ਹੋ ਰਹੇ ਹੈ ਜੋ ਬਾਹਰ ਪ੍ਰਤੱਖ ਸਰੂਪ ਹੈ ਉਹਦੇ ਵੱਲ ਦੇਖ ਹੀ ਨਹੀਂ ਰਹੇ, ਅੰਦਰ ਹਿਰਦੇ ਅੰਦਰ ਹੀ ਉਹ ਫੋਟੋ ਖਿੱਚੀ ਹੋਈ ਉਹਦੇ ਦਰਸ਼ਨ ਕਰੀ ਜਾ ਰਹੇ। ਤਿਹ ਸ਼ਨ ਰੂਪ ਧਿਆਨ ਮਹਿ ਜੋ। ਉਸ ਸਮੇਂ ਜੋ ਸਤਿਗੁਰ ਜੀ ਦੇ ਸਰੂਪ ਦੇ ਧਿਆਨ ਵਿੱਚ ਧਿਆਨ ਲੱਗਾ ਸੀ। ਲਹਣੇ ਤੇ ਛਿਪਾਏ ਲੀਅਸੋ। ਸ੍ਰੀ ਪਰਮ ਲਹਿਣਾ ਜੀ ਤੋਂ ਸਤਿਗੁਰ ਜੀ ਨੇ ਆਪਣੇ ਸਰੂਪ ਦਾ ਧਿਆਨ ਜਿਹੜਾ ਨਾ ਉਹ ਛੁਪਾ ਲਿਆ, ਖਿੱਚ ਲਿਆ ਹਿਰਦੇ ਅੰਦਰੋਂ ਬਾਹਰ। ਤਬ ਸੰਭ੍ਰਮ ਹੋਏ ਖੁੱਲੇ ਬਿਲੋਚਨ। ਤਦੋਂ ਬੜੀ ਛੇਤੀ ਕਾਹਲੀ ਨਾਲ ਕਲਾ ਕੇ ਸ੍ਰੀ ਪਰਮ ਲਹਿਣਾ ਜੀ ਦੇ ਦੋਨੋਂ ਹੀ ਨੇਤਰ ਖੁੱਲੇ ਹੈ। ਦੇਖੇ ਆਗੇ ਸੋਚ ਵਿਮੋਚਨ। ਦੇਖਿਆ ਵੀ ਸਾਡੇ ਪ੍ਰਤੱਖ ਸਾਹਮਣੇ ਦੇ ਸੋਚਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ ਖੜੋਤੇ ਹੋਏ ਹੈ। ਹੱਥ ਬੰਦ ਕਾ ਕੀਨ ਪ੍ਰਣਾਮਾ। ਦੋਵੇਂ ਹੱਥ ਜੋੜ ਕੇ ਮਹਾਰਾਜ ਜੀ ਨੂੰ ਪ੍ਰਣਾਮ ਕੀਤੀ, ਮੱਥਾ ਟੇਕ ਦਿੱਤਾ ਹੈ। ਲੈ ਨਿਜ ਸੰਗ ਚੱਲੇ ਸੁਖ ਧਾਮਾ। ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਆਪਣੇ ਨਾਲ ਸ੍ਰੀ ਪਰਮ ਲਹਿਣਾ ਜੀ ਲੈ ਕੇ ਚੱਲ ਪਏ। ਪੁਰਖਾ ਉੱਠ ਚੱਲੀਏ ਵਾਪਸ। ਧਰਮਸਾਲ ਮਹਿ ਆਨ ਬਿਰਾਜੇ। ਧਰਮ ਦੀ ਜਗ੍ਹਾ ਜਿੱਥੇ ਕਥਾ ਕੀਰਤਨ ਹੁੰਦਾ, ਗੁਰੂ ਸਾਹਿਬ ਸੰਗਤਾਂ ਨੂੰ ਦਰਸ਼ਨ ਦਿੰਦੇ, ਉੱਥੇ ਆਣ ਬਿਰਾਜੇ ਹੈ। ਜੋ ਸਿੱਖਨ ਕੇ ਸਭ ਸੁਖ ਸਾਜੇ। ਜੋ ਆਪਣੇ ਸਾਰੇ ਸਿੱਖਾਂ ਨੂੰ ਸਭ ਤਰ੍ਹਾਂ ਦੇ ਸੁੱਖਾਂ ਵਿੱਚ ਸੁਸ਼ੋਭਿਤ ਕਰਦੇ, ਸੁੱਖਾਂ ਨੂੰ ਸਜਾਉਂਦੇ ਹੈ। ਲਹਿਣੇ ਕੋ ਬਿਠਾਏ ਤਿਹ ਕਾਲਾ। ਉਸ ਸਮੇਂ ਸ੍ਰੀ ਪਰਮ ਲਹਿਣਾ ਜੀ ਨੂੰ ਬਿਠਾ ਕੇ ਕੋਲ ਸੰਗਤ ਸਰਬ ਬੁਲਾਏ ਵਿਸਾਲਾ। ਦਾਸਾਂ ਸੇਵਕਾਂ ਭਾਈ ਭਗੀਰਥ ਸੁਧਾਰ ਹੋਣਾ ਦੀ ਸੇਵਾ ਲਾ ਕੇ ਵੀ ਸਾਰੀ ਜਿਹੜੀ ਸੰਗਤ ਉਹਨੂੰ ਭਾਈ ਇੱਥੇ ਬੁਲਾ ਲਓ। ਬਹੁਤ ਹੀ ਸੰਗਤ ਬੁਲਾ ਲਈ ਹੈ। ਦੋਨੋਂ ਸੁਧ ਕੋ ਨਿਕਟ ਹਕਾਰਾ। ਦੋਨੋਂ ਸੁਪੁੱਤਰ ਬਾਬਾ ਸ਼੍ਰੀ ਚੰਦ ਬਾਬਾ ਲਖਮੀ ਦਾਸ ਜੀ ਨੂੰ ਕੋਲ ਹੀ ਸੱਦ ਲਿਆ ਹੈ। ਆਏ ਤਬੈ ਧਰਮਸਾਲ ਮਝਾਰਾ। ਤਦੋਂ ਦੋਨੋਂ ਸੁਪੁੱਤਰ ਧਰਮਸ਼ਾਲਾ ਵਿੱਚ ਵੀ ਛੇਤੀ ਨਾਲ ਹੀ ਆ ਗਏ ਸਤਿਗੁਰੂ ਕਾ ਬਚਨ ਮੰਨ ਕੇ। ਲਹਿਣੇ ਕੋ ਕਰੁਣਾ ਯੁਤ ਹੇਰਾ। ਤਦੋਂ ਮਹਾਰਾਜ ਜੀ ਨੇ ਸ੍ਰੀ ਪਰਮ ਲਹਿਣਾ ਜੀ ਦੀ ਤਰਫ ਬੜੀ ਕਿਰਪਾ ਮਿਹਰ ਭਰੀ ਦ੍ਰਿਸ਼ਟੀ ਨਾਲ ਹੀ ਤੱਕਿਆ ਹੈ। ਲੀਆ ਪੰਜ ਪੈਸੇ ਇੱਕ ਨਲਯੇਰਾ। ਨਲੀਏਰਾ 5 ਪੈਸੇ ਆਪਣੇ ਹਸਤ ਕਮਲਾ 'ਚ ਲੈ ਲਏ ਹੈ ਤੇ ਇੱਕ ਨਾਰੀਅਲ ਲੈ ਲਿਆ ਹੈ। ਕੀਨ ਪਰ ਦਛਨ ਤੀਨ ਚਫੇਰਾ। ਮਹਾਰਾਜ ਨੇ ਉਸ ਵੇਲੇ 3 ਪ੍ਰਦਖਣਾ ਜਿਹੜੀਆਂ 4 ਸ਼ਫੇਰੇ ਕੀਤੀਆਂ ਆਪਣੇ ਸੇਵਕ ਪਰਮ ਲਹਿਣਾ ਜੀ ਦੀਆਂ। ਕਰ ਤੇ ਧਰ ਕਾ ਭੇਟ ਅਗੇਰੇ। ਫਿਰ ਆਪਣੇ ਹਸਤ ਕਮਲਾਂ ਨਾਲ ਹੀ ਜਿਹੜੀ ਕੋਈ ਸੋਹਣੀ ਭੇਟਾ ਨਾਰੀਅਲ 5 ਪੈਸੇ ਰੱਖਣੇ ਸੀ ਉਹ ਜਿਹੜੇ ਸ੍ਰੀ ਪਰਮ ਲਹਿਣਾ ਜੀ ਦੇ ਅੱਗੇ ਰੱਖ ਦਿੱਤੇ ਤੇ ਰੱਖ ਕੇ ਮੱਥਾ ਟੇਕ ਦਿੱਤਾ। ਇਵੇਂ ਸਾਧ ਸੰਗਤ ਜੀ ਜੋ ਗੁਰੂ ਘਰ ਦੀ ਮਰਿਆਦਾ ਉਹ ਇਵੇਂ ਚੱਲੀ ਆ ਰਹੀ ਹੈ ਕਿ ਪਹਿਲਾਂ ਸਤਿਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤੇ 10ਵੇਂ ਪਿਤਾ ਜੀ ਤੱਕ ਜਿਹੜੀਆਂ 3 ਪ੍ਰਕਰਮਾਂ ਹੀ ਗੁਰੂ ਮਹਾਰਾਜ ਗੁਰਤਾ ਸਮੇਂ ਲੈਂਦੇ ਆਏ ਹੈ। ਜਦੋਂ ਗੁਰਤਾ ਦੇਣੀ ਹੁੰਦੀ ਸੀ 3 ਪ੍ਰਦਖਣਾ ਮਹਾਰਾਜ ਕਰਦੇ ਰਹੇ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਵੇਲੇ ਦੱਖਣ ਦੀ ਧਰਤੀ ਸ੍ਰੀ ਹਜ਼ੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਬਖਸ਼ਿਸ਼ ਕੀਤੀ, ਉਸ ਵੇਲੇ 5 ਪਿਆਰੇ ਸਾਹਿਬਾਨ ਹਜ਼ੂਰੀ ਵਿੱਚ ਖੜਿਆਂ ਕਰਕੇ ਤੇ ਮਹਾਰਾਜ ਜੀ ਨੇ 5 ਪ੍ਰਦਖਣਾ ਕੀਤੀਆਂ ਤੇ 5 ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਮੱਥਾ ਟੇਕਿਆ ਤੇ ਬਚਨ ਕੀਤਾ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੇ ਉਦੋਂ ਤੋਂ ਸਿੱਖਾਂ ਵਿੱਚ ਫਿਰ 5 ਜਿਹੜੀਆਂ ਪ੍ਰਕਰਮਾਂ ਗੁਰੂ ਘਰੋਂ ਵੱਲੋਂ ਨਿਯਤ ਕੀਤੀਆਂ ਗਈਆਂ। ਪਹਿਲਾਂ 3 ਸੀ ਸਤਿਗੁਰਾਂ ਸਮੇਂ, ਫਿਰ 5 ਹੋ ਗਈਆਂ। ਇਵੇਂ ਪ੍ਰਕਰਮਾਂ ਦੇ ਸੰਬੰਧ ਵਿੱਚ ਵੱਖੋ ਵੱਖਰੀ ਕਿਸੇ ਦੀ ਕਿੰਨੀਆਂ ਦੱਸਿਆ ਜਾਂਦਾ ਹੈ। ਧਾਰਮਿਕ ਗ੍ਰੰਥਾਂ ਵਿੱਚ ਵਿਧੀ ਲਿਖੀ ਹੋਈ ਹੈ ਕਿ ਕਿਸੇ ਦੀ 1 ਪ੍ਰਕਰਮਾ ਕੀਤੀ ਜਾਂਦੀ, ਕਿਸੇ ਦੀ ਅੱਧੀ, ਕੋਈ 3, ਕੋਈ 4, ਕਿਸੇ ਦੀਆਂ 7 ਹੈ। ਇਵੇਂ ਉਹ ਪ੍ਰਦਖਣਾ ਕੀਤੀਆਂ ਜਾਂਦੀਆਂ ਅਤੇ ਗ੍ਰੰਥਾਂ ਵਿੱਚ ਪ੍ਰਕਰਮਾਂ ਦੇ ਸੰਬੰਧ ਵਿੱਚ ਇੱਕ ਵਿਧੀ ਵਿਧਾਨ ਲਿਖਿਆ ਹੈ ਕਿ ਜਿਹਨੇ ਦੇਵੀ ਦੀ ਕਰਨੀ ਹੈ ਪ੍ਰਕਰਮਾ ਉਹ 1 ਹੀ ਕਰੇ,
ਵੱਧ ਨਾ ਕਰੇ। ਫਿਰ ਗਣੇਸ਼ ਦੀਆਂ 3 ਪਰਿਕਰਮਾ ਹੈ ਕਰਨੀਆਂ, ਜਿਹੜੇ ਕੋਈ ਗਣੇਸ਼ ਨੂੰ ਪੂਜਕ ਹੈ। ਵਿਸ਼ਨੂੰ ਭਗਵਾਨ ਦੀਆਂ 4 ਪਰਿਕਰਮਾ ਹੈ। ਜਿਹਨੇ ਸੂਰਜ ਨੂੰ ਪਰਿਕਰਮਾ ਕਰਨੀ ਆ ਉਹਦੀ ਉਹ 7 ਕਰੇ। ਅਗਨੀ ਦੇਵਤੇ ਨੂੰ 7 ਕਰੇ। ਇਹ ਵੱਖੋ ਵੱਖਰੀ ਲਿਖੀਆਂ ਹੋਈਆਂ। ਅਤੇ ਇਹ ਜਿਹਨੇ ਸ਼ਿਵ ਜੀ ਨੂੰ ਕਰਨੀ ਹੈ ਉਹ ਅੱਧੀ ਪਰਿਕਰਮਾ, ਜਿਹੜੇ ਸ਼ਿਵ ਜੀ ਨੂੰ ਮੰਨਣ ਵਾਲੇ ਉਹ ਅੱਧੀ ਪਰਿਕਰਮਾ ਇੱਕ ਪਾਸਿਓਂ ਕਰਦੇ ਅਤੇ ਅੱਧੀ ਇੱਕ ਪਾਸਿਓਂ ਕਰਦੇ। ਉਹ ਪੂਰੀ ਪਰਿਕਰਮਾ ਨਹੀਂ ਸਪਸ਼ਟ ਸਿੱਧੀ ਕਰਦੇ। ਇਵੇਂ ਉਹ ਲਿਖਿਆ ਹੋਇਆ। ਅਤੇ ਇਸ ਤਰ੍ਹਾਂ ਪਰਿਕਰਮਾ ਦੇ ਸੰਬੰਧ ਵਿੱਚ ਵਿਚਾਰ ਹੈ। ਫਿਰ ਸ਼੍ਰੀਮਦ ਭਾਗਵਤ ਪੁਰਾਣ 'ਚ ਵੀ ਇਹ ਇੱਕ ਕਥਾ ਆਉਂਦੀ ਹੈ ਪਰਿਕਰਮਾ ਦੇ ਮਹਾਤਮ ਦੀ। ਵੀ ਇੱਕ ਵਾਰੀ ਦੇਵਤੇ ਜਿਹੜੇ ਆਪੋ ਵਿੱਚ ਹੀ ਜਿਹੜੇ ਉਹ ਸੇਖੀਆਂ ਮਾਰ ਰਹੇ ਸਨ। ਕੋਈ ਕਹਿੰਦਾ ਮੈਂ ਮਹਾਨ ਹਾਂ, ਕੋਈ ਕਹਿੰਦਾ ਮੈਂ ਮਹਾਨ ਹਾਂ, ਮੈਂ ਸਭ ਤੋਂ ਉੱਚਾ ਹਾਂ। ਉਸ ਵੇਲੇ ਇੱਕ ਸ਼ਰਤ ਰੱਖੀ ਗਈ ਸ਼ਿਵ ਜੀ ਦੀ। ਉੱਥੇ ਹਜ਼ੂਰੀ ਵਿੱਚ ਹੀ ਇਹ ਗੱਲ ਚੱਲ ਰਹੀ ਸੀ। ਸ਼ਿਵ ਜੀ ਨੇ ਫਿਰ ਉਸ ਵੇਲੇ ਕਿਹਾ ਵੀ ਤੁਸੀਂ ਇੰਝ ਕਰੋ, ਜਿਹੜਾ ਧਰਤੀ ਸਾਰੀ ਦਾ ਚੱਕਰ ਲਾ ਕੇ ਪਹਿਲਾਂ ਇੱਥੇ ਆ ਜਾਏਗਾ ਸਾਡੇ ਕੋਲ, ਉਹ ਮਹਾਨ ਹੋਊਗਾ ਦੇਵਤਾ। ਇਹ ਸੁਣ ਕੇ ਕਹਿੰਦੇ ਵੀ ਠੀਕ ਹੈ, ਸ਼ਰਤ ਕੀ ਹੈ? ਚਲੋ ਅਸੀਂ ਧਰਤੀ ਦਾ ਚੱਕਰ ਲਾ ਦਿੰਦੇ। ਕਿਹੜੀ ਗੱਲ, ਸਾਰਿਆਂ ਕੋਲ ਤਾਕਤਾਂ ਤਾਂ ਹੈ ਹੀ ਸੀ ਆਪੋ ਆਪਣੀਆਂ। ਹੁਣ ਕਿਸੇ ਕੋ ਬਲਦ, ਕਿਸੇ ਦੀ ਬਲਦ ਦੀ ਸਵਾਰੀ, ਕਿਸੇ ਦੀ ਹਿਰਨ ਦੀ ਸਵਾਰੀ, ਕਿਸੇ ਦੀ ਜਿਹੜੀ ਹੈ ਸ਼ੇਰ ਦੀ ਸਵਾਰੀ, ਕੋਈ ਹੰਸ ਦੀ ਸਵਾਰੀ ਵਾਲਾ। ਅਤੇ ਉਹ ਜਿਹਨਾਂ ਦੀ ਇਹ ਸਵਾਰੀਆਂ, ਕੋਈ ਘੋੜੇ ਦੀ ਸਵਾਰੀ ਵਾਲਾ ਸੀ। ਇਹ ਦੇਵਤੇ ਜਿਹੜੇ ਆਪੋ ਵਿੱਚ ਕਰਕੇ ਅਤੇ ਕਹਿੰਦੇ ਵੀ ਅਸੀਂ ਚਲੋ ਧਰਤੀ 'ਤੇ ਚੱਕਰ ਲਾ ਕੇ ਆਉਂਦੇ। ਇਹ ਸਾਰੇ ਦੇ ਸਾਰੇ ਆਪੋ ਆਪਣੀ ਸਵਾਰੀਆਂ 'ਤੇ ਬਹਿ ਕੇ ਦਗੜ ਕਰਦੇ ਚਲੇ ਗਏ। ਕੋਈ ਮੋਰ ਦੀ ਸਵਾਰੀ ਵਾਲਾ। ਜਦੋਂ ਹੁਣ ਜਿਹੜਾ ਗਣੇਸ਼ ਸੀ ਸ਼ਿਵ ਜੀ ਦਾ ਸੁਪੁੱਤਰ, ਅਤੇ ਹੁਣ ਇਹਦੀ ਵਿਚਾਰੇ ਦੀ ਸਵਾਰੀ ਹੈ ਚੂਹੇ ਦੀ ਸਵਾਰੀ। ਅਤੇ ਇਹ ਵਿਚਾਰੇ ਹੁਣ ਕਿਵੇਂ ਜਾਂਦੇ? ਜਿਸ ਕਰਕੇ ਆ ਕੇ ਦੇ ਮਾਤਾ ਪਾਰਵਤੀ ਆਪਣੀ ਦੇ ਚਰਨਾਂ ਵਿੱਚ ਬੈਠ ਗਏ। ਕਹਿੰਦੇ ਸੁਪੁੱਤਰ ਤੁਸੀਂ ਨਹੀਂ ਜਾਂਦੇ, ਤੁਸੀਂ ਨਹੀਂ ਪਰਿਕਰਮਾ ਕਰਨੀ ਆ, ਕਿ ਤੁਸੀਂ ਨਹੀਂ ਜਿਹੜਾ ਮਹਾਨ ਬਣਨਾ ਹੈ ਸਾਰੀ ਧਰਤੀ ਦਾ ਚੱਕਰ ਲਾ ਕੇ ਆਓ। ਕਹਿੰਦੇ ਮਾਤਾ ਜੀ ਹੁਣ ਮੇਰੀ ਤਾਂ ਤੁਹਾਨੂੰ ਹੀ ਲੱਜਿਆ ਹੈ। ਉਹਨਾਂ ਕੋ ਹੁਣ ਕਿਸੇ ਕੋ ਹਰਨ ਹੈ, ਕਿਸੇ ਕੋ ਮੋਰ ਹੈ, ਕਿਸੇ ਕੋ ਹਾਥੀ ਹੈ, ਕਿਸੇ ਕੋ ਘੋੜਾ ਹੈ, ਅਤੇ ਮੈਂ ਤਾਂ ਹੁਣ ਚੂਹੇ ਦੀ ਸਵਾਰੀ ਵਾਲਾ। ਅਤੇ ਚੂਹੇ ਦਾ ਕਦਮ ਕਿਤੇ ਕਿੰਨਾ ਕੁ ਹੁੰਦਾ, ਇਹ ਕਿੱਧਰ ਜਾਊਗਾ। ਮੇਰੀ ਤਾਂ ਤੁਹਾਨੂੰ ਹੀ ਲੱਜਿਆ ਹੈ। ਉਸ ਵੇਲੇ ਕਹਿੰਦੇ, ਕਿਉਂਕਿ ਮਾਂ ਫਿਰ ਵੀ ਆਪਣੇ ਸਪੁੱਤਰ ਦੀ ਸਹਾਈ ਹੁੰਦੀ ਹੈ, ਅਤੇ ਮਾਤਾ ਪਾਰਵਤੀ ਨੇ ਫਿਰ ਉਹਨਾਂ ਨੂੰ ਕਿਹਾ ਕਿ ਪੁੱਤਰ ਜੀ ਤੁਸੀਂ ਇੰਝ ਕਰੋ, 2 ਅੱਖਰ ਲਿਖੋ ਇੱਥੇ ਧਰਤੀ 'ਤੇ। ਇੱਕ ਲਿਖੋ ਰਾ, ਇੱਕ ਲਿਖੋ ਮਾਂ, ਭਾਵ ਰਾਮ ਲਿਖੋ। ਜੋ ਰਮੰਤੀ ਰਾਮਾ ਪਰਮੇਸ਼ਰ, ਉਹਦਾ ਨਾਮ ਲਿਖੋ ਤੁਸੀਂ। ਨਾਮ ਲਿਖ ਕੇ ਆਪਣੇ ਚੂਹੇ ਦੇ ਉੱਪਰ ਸਵਾਰੀ 'ਤੇ ਬੈਠ ਕੇ ਅਤੇ ਇਸ ਦੋਨਾਂ ਅੱਖਰਾਂ ਦੀ ਤੂੰ ਪਰਿਕਰਮਾ ਕਰ ਦੇ, ਅਤੇ ਇੱਥੇ ਸਾਡੇ ਸਾਹਮਣੇ ਬੈਠ ਜਾ, ਸਭ ਕੁਝ ਆਪੇ ਹੀ ਚਾਰਾ ਚੱਕਰ ਲੱਗ ਜਾਊ। ਉਸ ਵੇਲੇ ਜਿਹੜਾ ਹੈ ਗਣੇਸ਼ ਜੀ ਨੇ 2 ਅੱਖਰ ਰਾਮ ਕਰਕੇ ਲਿਖੇ, ਹੱਥਾਂ ਵਿੱਚ ਚੌਲ ਲੈ ਲਏ ਨਿਸ਼ਾਨੀ ਵਜੋਂ। ਚੌਲ ਲੈ ਕੇ ਅਤੇ ਆਪ ਚੂਹੇ ਦੀ ਸਵਾਰੀ 'ਤੇ ਬੈਠ ਗਏ। ਅਤੇ ਰਾਮ ਜਿਹੜਾ ਨਾਮ ਅੱਖਰ ਹੈ ਉਹ ਕਿਹਾ ਵੀ 7 ਪਰਿਕਰਮਾ ਕਰ। ਉਹਦੀਆਂ 7 ਪਰਿਕਰਮਾ ਕੀਤੀਆਂ ਗਣੇਸ਼ ਜੀ ਨੇ। ਉਹ ਹੁਣ ਪਰਮੇਸ਼ਰ ਦਾ ਨਾਮ ਹੀ ਤਾਂ ਸਭ ਤੋਂ ਮਹਾਨ ਹੈ ਕਿ ਰਾਮ ਰਾਮ ਸੰਗ ਕਰ ਵਿਵਹਾਰ, ਰਾਮ 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 ਪ੍ਰਾਣ ਆਧਾਰ। ਪਰਮਾਤਮਾ ਰਮਿਆ ਹੋਇਆ ਵਿਆਪਕ ਸਾਰੇ ਥਾਂ, ਅਤੇ ਉਹਦਾ ਨਾਮ ਵੀ ਸਾਰੇ ਥਾਂ ਵਿਆਪਕ ਮਹਾਨ ਹੈ। ਗੁਰੂ ਸਾਹਿਬ ਦੇ ਕਹਿੰਦੇ ਆ ਕਿ ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਉੱਚਾ ਤੋਂ ਉੱਚਾ ਉਹਦਾ ਨਾਮ ਹੈ। ਹੁਣ ਜਿੰਨੇ ਵੀ ਅਸੀਂ ਹੈਗੇ ਹਾਂ, ਅਸੀਂ ਰੱਬ ਦਾ ਦਰਸ਼ਨ ਕਰਨਾ ਪ੍ਰਤੱਖ ਸਾਨੂੰ ਤਾਂ ਔਖਾ ਹੀ ਪਿਆ ਹੈ, ਪਰ ਨਾਮ ਕਰਕੇ ਉਹਨੂੰ ਯਾਦ ਕਰਦੇ ਹਾਂ। ਨਾਮ ਦੀ ਮਹਾਨਤਾ ਜ਼ਿਆਦੀ, ਉੱਚਾ ਤੋਂ ਉੱਚਾ ਪਰਮੇਸ਼ਰ ਦਾ ਨਾਮ ਹੈ। ਸਭ ਨੂੰ ਹੁਣ ਇਹੀ ਕਿਹਾ ਜਾਂਦਾ ਭਾਈ ਨਾਮ ਜਪੋ, ਨਾਮ ਜਪੋ। ਫਲਾਣੇ ਯੁੱਗ 'ਚ ਫਲਾਣੇ ਨੇ ਨਾਮ ਜਪਿਆ, ਉਹਦੀ ਮਹਾਨਤਾ ਹੋਈ, ਤੁਸੀਂ ਵੀ ਜਪੋ ਤੁਹਾਡੀ ਹੋਊਗੀ। ਹੁਣ ਨਾਮ ਦੀ ਮਹਿਮਾ ਸੀ, ਨਾਮ ਦੇ ਦੁਆਲੇ 7 ਪਰਿਕਰਮਾ ਕੀਤੀਆਂ, ਅਤੇ ਨਾਲ ਚੌਲਾਂ ਦੇ ਦਾਣੇ ਸੁੱਟਦੇ ਜਾਣ।
ਤੋ ਰੱਬ ਦੀ ਕਲਾ ਐਸੀ ਵਰਤੀ, ਜਿਹੜੇ ਸਵਾਰੀਆਂ ਦੇ ਦੇਵਤੇ ਸਾਰੇ ਆਪੋ ਆਪਣੀ ਚੜ੍ਹੀਆਂ ਧਰਤੀ ਦਾ ਚੱਕਰ ਲਾ ਰਹੇ, ਅਤੇ ਜਿੱਧਰ ਜਾਂਦੇ ਵੇਖਦੇ ਅੱਗੇ ਅੱਗੇ ਚੌਲ ਪਏ ਹੈ, ਅਤੇ ਨਾਲ ਚੂਹੇ ਦੇ ਜਿਹੜੇ ਪੈਰ ਜੇ ਲੱਗੇ ਹੋਏ। ਆਪੋ ਵਿੱਚ ਹੀ ਕਹਿੰਦੇ ਵੀ ਗਣੇਸ਼ ਜੀ ਸਭ ਤੋਂ ਅੱਗੇ ਜਾ ਰਹੇ ਹੈ। ਆਹ ਵੇਖੋ ਚੌਲ ਵੀ ਪਏ ਹੋਏ ਹੈ, ਅਤੇ ਚੂਹੇ ਦੇ ਜਿਹੜੇ ਹੈ ਨਾ ਉਹ ਪੈਰ ਵੀ ਲੱਗੇ ਹੋਏ। ਹੁਣ ਇਹ ਤਾਂ ਉਹਨਾਂ ਨੂੰ ਪਤਾ ਨਹੀਂ ਹੈ ਵੀ ਜਿਹੜੇ ਗਣੇਸ਼ ਜੀ ਉਹਦੇ ਕਿਤੇ ਵੀ ਨਹੀਂ ਗਏ, ਉਹਦੇ ਉੱਥੇ ਬੈਠੇ ਹੈ। ਗੱਲ ਸਾਰੀ ਨਾਮ ਦੀ ਹੈ, ਪਰਮਾਤਮਾ ਦੇ ਨਾਮ ਦੀ ਮਹਾਨਤਾ। ਵਾਪਸ ਜਦੋਂ ਆਏ ਹੈ ਅਤੇ ਵੇਖਿਆ ਗਣੇਸ਼ ਜੀ ਉੱਥੇ ਬੈਠੇ ਹੋਏ, ਅਤੇ ਉਸ ਵੇਲੇ ਸਭ ਨੇ ਸ਼ਿਵ ਜੀ ਨੂੰ ਕਿਹਾ ਕਿ ਅਸੀਂ ਤਾਂ ਚੱਕਰ ਲਾਏ ਹਾਂ, ਗਣੇਸ਼ ਜੀ ਪਹਿਲਾਂ ਹੀ ਬੈਠੇ। ਕਹਿੰਦੇ ਵੀ ਗਣੇਸ਼ ਜੀ ਨੇ ਸਭ ਦਾ ਹੀ ਚੱਕਰ ਲਾ ਲਿਆ, ਸਾਰੀ ਸ੍ਰਿਸ਼ਟੀ ਦਾ ਹੀ, ਕਿਉਂਕਿ ਬ੍ਰਹਿਮੰਡਾਂ 'ਚ ਪਰਮਾਤਮਾ ਹੈ, ਅਤੇ ਧਰਤੀ ਦਾ ਚੱਕਰ ਤਾਂ ਬਹੁਤ ਛੋਟਾ ਚੱਕਰ ਹੈ। ਜਿਹੜੇ ਨਾਮ ਦੀ ਪ੍ਰਦਖਣਾ ਕਰਦੇ ਉਹਨਾਂ ਦਾ ਤਾਂ ਬਹੁਤ ਬ੍ਰਹਿਮੰਡਾਂ ਦੇ ਚੱਕਰ ਲੱਗ ਜਾਂਦਾ। ਇਵੇਂ ਗਣੇਸ਼ ਜੀ ਮਹਾਨ ਹੈ, ਤੁਹਾਡੇ ਤੋਂ ਸਭ ਤੋਂ ਉੱਪਰ। ਉਹ ਵਿਧੀ ਢੰਗ ਤਰੀਕਾ ਦੱਸਿਆ, ਗਣੇਸ਼ ਜੀ ਫਿਰ ਮਹਾਨ ਬਣੇ। ਹੁਣ ਉਹ ਹਿੰਦੂ ਮੱਤ ਵਿੱਚ ਜਦੋਂ ਵੀ ਕੋਈ ਪੂਜਾ ਕਰਕੇ ਕੋਈ ਭੇਟਾ ਦਿੱਤੀ ਜਾਂਦੀ ਹੈ, ਸਭ ਤੋਂ ਪਹਿਲਾਂ ਗਣੇਸ਼ ਜੀ ਨੂੰ ਦਿੱਤੀ ਜਾਂਦੀ ਹੈ। ਜੇ ਕੋਈ ਗ੍ਰੰਥ ਲਿਖਣਾ ਹੁੰਦਾ ਹਿੰਦੂ ਮੱਤ ਵਿੱਚ, ਤਾਂ ਗਣੇਸ਼ ਜੀ ਦਾ ਮੰਗਲ ਕੀਤਾ ਜਾਂਦਾ। ਇਸ ਕਰਕੇ ਉਹਦੀ ਵਡਿਆਈ ਮਿਲੀ ਨਾਮ ਕਰਕੇ ਹੀ। ਇਹ ਪਰਿਕਰਮਾ ਦਾ ਮਹਾਤਮ ਹੈ ਵੀ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਅੰਕਿਤ ਹੈ? ਨਾਮ ਹੀ ਹੈ ਨਾ ਪਰਮੇਸ਼ਰ ਦਾ ਅੰਕਿਤ। ਅਤੇ ਇਸ ਕਰਕੇ ਜਿਹੜੇ ਪਰਿਕਰਮਾ ਕਰਦੇ ਆ, ਉਹ ਪਰਮਾਤਮਾ ਦੀ ਪਰਿਕਰਮਾ ਕਰਨ ਵਾਲੇ ਸਾਰੇ ਬ੍ਰਹਿਮੰਡਾਂ ਦੇ ਚੱਕਰ ਲਾ ਲੈਂਦੇ। ਇਹ ਕੋਈ ਪਰਿਕਰਮਾ ਕਰਨੀ ਕੋਈ ਮਾੜੀ ਮੋਟੀ ਗੱਲ ਨਹੀਂ ਹੈ, ਜਾਂ ਕੋਈ ਐਵੇਂ ਨਹੀਂ ਹੈ। ਅਤੇ ਗੁਰੂ ਘਰ ਵਿੱਚ ਤਾਂ ਇਹ ਸਿਧਾਂਤ ਹੀ ਹੈ, ਇੱਕ ਨਿਯਮ ਹੈ ਵੀ ਘੱਟ ਤੋਂ ਘੱਟ ਇੱਕ ਪਰਿਕਰਮਾ ਦੇ ਗੁਰੂ ਕਾ ਸਿੱਖ ਜ਼ਰੂਰ ਹੀ ਕਰੇ। ਜਦੋਂ ਆ ਕੇ ਮੱਥਾ ਟੇਕਣਾ, ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਦੀ ਪੂਰਨ ਪਰਿਕਰਮਾ ਕਰਕੇ ਮੱਥਾ ਟੇਕ ਕੇ ਫਿਰ ਬੈਠੇ। ਤਾਂ ਹੀ ਉਹ ਜਿਹੜੇ ਕੋਈ ਇਤਿਹਾਸ ਸੁਣਦੇ ਆ ਨਾ ਸਿਆਣੇ ਗੁਰੂ ਕੇ ਸਿੱਖ, ਉਹ ਤਾਂ ਇਸੇ ਤਰ੍ਹਾਂ ਕਰਦੇ ਆ। ਮੱਥਾ ਟੇਕ ਕੇ ਗੁਰੂ ਨੂੰ ਪਰਿਕਰਮਾ ਕਰਕੇ ਇੱਕ ਵਾਰ ਅਤੇ ਫਿਰ ਜਾ ਕੇ ਬੈਠਦੇ ਆ। ਜਿਨ੍ਹਾਂ ਨੇ ਹੁਣ ਨਹੀਂ ਸੁਣਿਆ ਇਤਿਹਾਸ, ਅਤੇ ਉਹ ਤਾਂ ਜਿਵੇਂ ਕੋਈ ਫੌਜੀ ਸਲੂਟ ਮਾਰਦਾ, ਐਵੇਂ ਉੱਥੇ ਵੀ ਜਿਵੇਂ ਕਬੱਡੀ ਪਾਉਣੀ ਹੁੰਦੀ, ਐਵੇਂ ਮੱਥਾ ਟੇਕ ਕੇ ਅਤੇ ਉੱਥੇ ਹੀ ਡਿੱਗ ਪੈਂਦੇ ਆ ਕੇ। ਕਈ ਵੇਖੇ ਹੀ ਜਾਂਦੇ ਇੱਥੇ। ਅਤੇ ਅਸਲ ਵਿੱਚ ਇਹਦਾ ਇਤਿਹਾਸ ਨਹੀਂ ਸੁਣਿਆ, ਅਤੇ ਮਹਿਮਾ ਨਹੀਂ ਪਤਾ ਵੀ ਪਰਿਕਰਮਾ ਦੀ ਮਹਿਮਾ ਕਿੰਨੀ। ਗੁਰੂ ਘਰ ਦੇ ਵਿੱਚ ਐਸੀ ਮਹਿਮਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਦੋਂ ਤਾਂ ਚੱਲੀ, ਪਹਿਲਾਂ ਤਾਂ ਗੁਰੂ ਦਸੇ ਗੁਰੂ ਸਾਹਿਬਾਨਾਂ ਜਿਹਨੂੰ ਗੁਰਤਾ ਦਿੱਤੀ ਜਾਂਦੀ ਸੀ 3 ਪਰਿਕਰਮਾ। ਫਿਰ ਦਸਵੇਂ ਪਿਤਾ ਜੀ ਨੇ ਆਪਣੀ ਹਜ਼ੂਰੀ ਦੇ ਵਿੱਚ ਜਦੋਂ ਸ੍ਰੀ ਹਜ਼ੂਰ ਸਾਹਿਬ ਗੁਰਤਾ ਗੁਰੂ ਗ੍ਰੰਥ ਸਾਹਿਬ ਨੇ ਬਖਸ਼ੀ, 5 ਪੈਸੇ, 1 ਨਾਰੀਅਲ ਅਤੇ 5 ਪਿਆਰੇ ਸਾਹਿਬਾਨ ਖੜਿਆਂ ਕਰਕੇ, ਅਤੇ ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ। 5 ਹੀ ਪਰਿਕਰਮਾ ਕੀਤੀਆਂ ਅਤੇ 5 ਵਾਰੀ ਮੱਥਾ ਟੇਕਿਆ ਅਤੇ ਗੁਰਤਾ ਬਖਸ਼ ਦਿੱਤੀ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ 5 ਹੀ ਵੇਖੋ ਪਿਆਰੇ ਸਾਜੇ ਹੈ, 5 ਹੀ ਸੀਸ ਲਏ ਹੈ। 5 ਸੀਸ ਲੈ ਕੇ 5 ਪਿਆਰੇ ਸਾਜ ਕੇ 5 ਪੈਸੇ ਰੱਖੇ ਆ ਗੁਰੂ ਗ੍ਰੰਥ ਸਾਹਿਬ ਜੀ ਅੱਗੇ, ਅਤੇ ਫਿਰ 5 ਪਰਿਕਰਮਾ ਕੀਤੀਆਂ, 5 ਵਾਰ ਮੱਥਾ ਟੇਕਿਆ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਇਹ ਗੁਰੂ ਸਾਹਿਬ ਨੇ ਮਰਿਆਦਾ ਬੰਨੀ ਹੈ। ਇਹ ਗੁਰੂ ਕੇ ਸਿੱਖ ਨੂੰ ਹਦਾਇਤ ਹੈ ਵੀ 1 ਪਰਿਕਰਮਾ ਦੇ ਜ਼ਰੂਰ ਹੀ ਗੁਰੂ ਗ੍ਰੰਥ ਸਾਹਿਬ ਜੀ ਕਰੇ, ਗੁਰੂ ਮਹਾਰਾਜ ਦੀ 3 ਕਰੇ, 5 ਅਤੇ ਫਿਰ ਮੁਕੰਮਲ ਤੌਰ 'ਤੇ ਜੋ ਗੁਰੂ ਜੀ ਨੇ ਕੀਤੀਆਂ ਉਸੇ ਤਰ੍ਹਾਂ ਕਰੇ, ਅਤੇ ਜ਼ਿਆਦਾ ਮਹਿਮਾ ਹੈ ਅਤੇ ਜ਼ਿਆਦਾ ਹੀ ਭਲਾ ਹੈ, ਜ਼ਿਆਦਾ ਹੀ ਫਲ ਹੈ। ਇਸੇ ਤਰ੍ਹਾਂ ਹੀ ਪ੍ਰਸ਼ਾਦ ਦੀ ਮਰਿਆਦਾ ਹੈ ਵੀ ਜਦੋਂ ਜਿਵੇਂ ਗਣੇਸ਼ ਜੀ ਨੂੰ ਹੁਣ ਜਿਹੜੇ ਕੋਈ ਭੇਟਾ ਦਿੰਦੇ, ਲੱਡੂ ਚੜ੍ਹਾਉਂਦੇ ਆ, ਆਪਣੇ ਵੀ ਇੱਥੇ ਚਲੋ ਚੜ੍ਹਾਈ ਜਾਂਦੇ। ਅਸਲ ਵਿੱਚ ਸਿੱਖ ਨੇ ਪ੍ਰਸ਼ਾਦ ਦੀ ਮਰਿਆਦਾ ਅਸਲ ਵਿੱਚ ਕੀ ਹੈ, ਜੇ ਕੋਈ ਪੁੱਛੇ, ਉਹ ਹੈ ਮਿਸ਼ਰੀ, ਪਤਾਸੇ ਅਤੇ ਜਾਂ 3 ਮੇਲ ਦਾ ਕੜਾਹ ਪ੍ਰਸ਼ਾਦ। ਕੜਾਹ ਪ੍ਰਸ਼ਾਦ ਦੀ ਮਰਿਆਦਾ ਹੈ ਗੁਰੂ ਚਰਨਾਂ ਚੜ੍ਹਾਉਣ ਦੀ, ਮਿਸ਼ਰੀ ਅਤੇ ਇਸੇ ਤਰ੍ਹਾਂ ਜਿਹੜਾ ਹੈ ਪਤਾਸੇ। ਜੇ ਨਾ ਇਹ ਕੁਝ ਹੋ ਸਕੇ ਤਾਂ ਫਿਰ ਗੁੜ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਧਰ ਜੱਸੀ ਨਗਰ ਗਏ ਹੈ,
ਅਤੇ ਉਦੋਂ ਸਿੱਖਾਂ ਨੇ ਆਣ ਕੇ ਭੇਟਾਂ ਗੁੜ ਦੀਆਂ ਭੇਲੀਆਂ ਕਿੰਨੀਆਂ ਚੜ੍ਹਾ ਦਿੱਤੀਆਂ ਸਨ, ਢੇਰਾਂ ਦੇ ਢੇਰ ਲਾ ਦਿੱਤੇ। ਅਤੇ ਮਹਾਰਾਜ ਜੀ ਪ੍ਰਸੰਨ ਹੋ ਕੇ ਕਹਿਣ ਲੱਗੇ, ਖਾਲਸਾ ਜੀ ਅੱਜ ਪ੍ਰਸ਼ਾਦਾ ਨਹੀਂ ਛਕਣਾ, ਅੱਜ ਗੁੜ ਹੀ ਛਕਣਾ ਇਕੱਲਾ। ਅਤੇ ਜਦੋਂ ਮਹਾਰਾਜ ਚੱਲਣ ਲੱਗੇ ਅਗਲੇ ਦਿਨ ਫਿਰ ਕਿਹਾ ਵੀ ਜੱਸੀ ਆਏ ਚੱਲੇ ਗੁੜ ਖਾਏ ਚੱਲੇ। ਉਦੋਂ ਤੋਂ ਹੀ ਇੱਕ ਹੋਰ ਮਰਿਆਦਾ ਬੱਝ ਗਈ ਵੀ ਗੁਰੂ ਕਾ ਸਿੱਖ ਚਲੋ ਜੇ ਪਤਾਸੇ ਮਿਸ਼ਰੀ ਨੂੰ ਅਤੇ ਗੁੜ ਗੁਰੂ ਦੇ ਚਰਨਾਂ ਵਿੱਚ ਅਰਪਣ ਕਰੇ, ਇਹ ਪ੍ਰਸ਼ਾਦ ਦੀ ਮਰਿਆਦਾ। ਇਵੇਂ ਪਰਿਕਰਮਾ ਦੀ ਮਰਿਆਦਾ ਵੀ ਜੇ ਕੋਈ ਪਰਿਕਰਮਾ ਦਾ ਪੁੱਛ ਲਏ ਵੀ ਪਰਿਕਰਮਾ ਦਾ ਕੀ ਮਹਾਤਮ ਹੈ, ਉਹ ਇਹ ਮਹਾਤਮ ਹੈ। ਗੁਰੂ ਸਾਹਿਬ ਦੇ ਪਰਿਕਰਮਾ ਕਰਨੀਆਂ ਭਾਵ ਬ੍ਰਹਿਮੰਡਾਂ ਦੇ ਜਿਹੜੇ ਹੈ ਉਹ ਫਲ ਪ੍ਰਾਪਤ ਹੋ ਜਾਂਦਾ ਹੈ। ਸਾਰੇ ਬ੍ਰਹਿਮੰਡ ਦੇ ਚੱਕਰ ਲੱਗ ਜਾਂਦਾ ਹੈ। ਅਮਰੀਕਾ ਕੈਨੇਡਾ ਦੀ ਬੜੀ ਛੋਟੀ ਗੱਲ ਹੈ। ਫਿਰ ਪ੍ਰਸ਼ਾਦ ਦੀ ਵੀ ਇਹ ਮਰਿਆਦਾ ਹੈ, ਜਿਵੇਂ ਉਹ ਸੰਪਰਦਾਵਾਂ ਵਿੱਚ ਮਹਾਂਪੁਰਸ਼ ਦੱਸਦੇ ਉਸ ਮੁਤਾਬਕ ਹੀ ਆਪ ਜੀ ਨੇ ਦੱਸਿਆ। ਅਸਲ ਰੂਪ ਵਿੱਚ ਜੇ ਕੋਈ ਪੁੱਛ ਲਵੇ ਤਾਂ ਕੜਾਹ ਪ੍ਰਸ਼ਾਦ ਦੀ ਦੇਗ ਹੈ, ਮਿਸ਼ਰੀ ਹੈ, ਪਤਾਸੇ ਹੈ ਅਤੇ ਜਾਂ ਫਿਰ ਗੁੜ ਹੈ। ਇਸ ਤਰ੍ਹਾਂ ਨਿਯਮ ਅਨੁਸਾਰ ਜੋ ਮਰਿਆਦਾ ਅਨੁਸਾਰ ਹੈ। ਬਾਕੀ ਤਾਂ ਚਲੋ ਅਸੀਂ ਜੋ ਮਰਜ਼ੀ ਆਪਣੀ ਮਰਜ਼ੀ ਨਾਲ ਚਲੋ ਚੜ੍ਹਾ ਦਿੰਦੇ ਹਾਂ, ਚਲੋ ਸਭ ਕੁਝ ਵਰਤਿਆ ਹੀ ਜਾਂਦਾ, ਖਾਧਾ ਹੀ ਛਕਿਆ ਹੀ ਜਾਂਦਾ ਹੈ। ਜੋ ਗੁਰੂ ਘਰ ਦੇ ਨਿਯਮਾਂ ਅਨੁਸਾਰ ਜਿਵੇਂ ਇਤਿਹਾਸ 'ਚ ਆਉਂਦਾ ਉਸ ਮੁਤਾਬਕ 3 ਪ੍ਰਦਖਣਾ ਕਰਨ ਦਾ ਫਿਰ ਇਹ ਵੀ ਮਹਾਤਮ ਮਤਲਬ ਹੈ ਵੀ ਮਨ ਕਰਕੇ ਵੀ ਗੁਰੂ ਮਹਾਰਾਜ ਤੈਨੂੰ ਪ੍ਰਦਖਣਾ ਕਰ ਰਹੇ ਹਾਂ, ਬਾਣੀ ਵਾਕਾਂ ਕਰਕੇ ਕਰ ਰਹੇ ਹਾਂ ਪ੍ਰਦਖਣਾ। ਵੀ ਜਿਵੇਂ ਹੁਣ ਅਸੀਂ ਸਰੀਰ ਕਰਕੇ ਗੁਰੂ ਕੀ ਸੇਵਾ ਕਰ ਸਕਦੇ ਹਾਂ, ਬਾਣੀ ਬਚਨ ਕਰਕੇ ਉਹਦਾ ਪਰਮੇਸ਼ਰ ਦਾ ਜਸ ਕਰ ਸਕਦੇ ਹਾਂ, ਉਹਦੀ ਮਹਿਮਾ ਕਰ ਸਕਦੇ ਹਾਂ, ਮਨ ਕਰਕੇ ਉਹਦੇ ਨਾਲ ਅੰਦਰੋਂ ਜੁੜ ਸਕਦੇ ਹਾਂ। 3 ਪ੍ਰਦਖਣਾ ਕਰਨ ਦਾ ਸਤਿਗੁਰਾਂ ਦਾ ਇਹੀ ਮਹੱਤਵ ਮਤਲਬ ਹੁੰਦਾ ਸੀ, ਇਹੀ ਇਹਦਾ ਫਲ ਸੀ ਵੀ ਅਸੀਂ ਮਨ ਕਰਕੇ ਵੀ ਤੁਹਾਨੂੰ ਮੱਥਾ ਟੇਕਿਆ ਹੈ, ਬਾਣੀ ਕਰਕੇ ਵਾਕਾਂ ਕਰਕੇ ਵੀ ਤੁਹਾਨੂੰ ਮੱਥਾ ਟੇਕਿਆ ਅਤੇ ਸਰੀਰ ਕਰਕੇ ਮੱਥਾ ਟੇਕਿਆ ਹੈ। ਇਹ ਤਿੰਨਾਂ ਦਾ ਮਤਲਬ ਸੀ ਵੀ ਆਕਾਸ਼ ਲੋਕ, ਪਤਾਲ ਲੋਕ, ਮਾਤ ਲੋਕ ਸਭ ਤੁਹਾਡੇ ਅੱਗੇ ਝੁਕਾ ਦਿੱਤੇ ਹੈ। ਇੱਕ ਨਾਰੀਅਲ ਦਾ ਮਤਲਬ ਉਹ ਇਹ ਹੁੰਦਾ ਸੀ ਵੀ ਜਿੰਨੇ ਬ੍ਰਹਿਮੰਡ ਵਿੱਚ ਸਿਰ ਹੈ ਨਾ, ਸੀਸ, ਅੱਜ ਤੋਂ ਸਾਰੇ ਅਸਾਂ ਨੇ ਜਿਨ੍ਹਾਂ ਨੂੰ ਅਸਾਂ ਨੇ ਗੁਰਤਾ ਬਖਸ਼ ਦਿੱਤੀ ਹੈ, ਭਾਈ ਲਹਿਣਾ ਜੀ ਨੂੰ ਉਹਨਾਂ ਨੂੰ ਬਖਸ਼ ਦਿੱਤਾ ਹੈ, ਸਾਰੇ ਸੀਸ ਉਹਨਾਂ ਅੱਗੇ ਝੁਕਾ ਦਿੱਤੇ। ਜਿਵੇਂ ਨਾਰੀਅਲ ਸਿਰ ਵਰਗਾ ਹੀ ਹੁੰਦਾ ਹੈ। 5 ਪੈਸੇ ਦਾ ਮਤਲਬ ਇਹ ਕਿ ਜਿੰਨੀ ਸ੍ਰਿਸ਼ਟੀ ਦੀ ਮਾਇਆ ਹੈ ਅੱਜ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਵਿੱਚ ਅਸਾਂ ਨੇ ਭੇਟਾ ਕਰ ਦਿੱਤੀ ਹੈ, ਅਰਪਣ ਕਰ ਦਿੱਤੀ ਹੈ। ਇਹ ਚਾਹੁਣ ਜਿਹਨੂੰ ਦੇ ਦੇਣ, ਜਿਹਨੂੰ ਚਾਹੁਣ ਦੇ ਕੋਲ ਲੈ ਲੈਣ। ਇਹਨਾਂ ਦੇ ਹੱਥ 'ਚ ਹੀ ਹੈ ਮਾਇਆ, ਇਹਨਾਂ ਦੇ ਹੁਕਮ ਵਿੱਚ ਹੀ ਇਹ ਸਾਰੇ ਸੀਸ ਅਤੇ ਮਨ ਬਾਣੀ ਸਰੀਰ ਕਰਕੇ ਅਸੀਂ ਇਹਨਾਂ ਨੂੰ ਮੱਥਾ ਟੇਕਦੇ ਹਾਂ। ਇਹਦਾ ਇਹ ਅਰਥ ਹੁੰਦਾ ਸੀ। ਕਰ ਤੇ ਧਰ ਕੈ ਭੇਟ ਅਗੇਰੇ। 3 ਪ੍ਰਦਖਣਾ 4 ਸਫੇਰੇ ਸੇਵਕ ਭਾਈ ਲਹਿਣਾ ਜੀ ਨੂੰ ਆਪਣਾ ਗੁਰੂ ਕਰਕੇ ਕਰ ਦਿੱਤੀਆਂ ਅਤੇ ਜਿਹੜੀ ਭੇਟਾ ਅੱਗੇ ਰੱਖ ਦਿੱਤੀ ਹੈ। ਹੱਥ ਜੋੜ ਕਾ ਸੀਸ ਨਿਵਾਇਓ। ਪ੍ਰਤੱਖ ਗੁਰੂ ਨਾਨਕ ਸਾਹਿਬ ਪਰਮਾਤਮਾ ਰੂਪ ਹੈ। ਅੱਜ ਦੋਵੇਂ ਹੱਥ ਜੋੜ ਕੇ ਆਪਣਾ ਸੀਸ ਨਿਵਾ ਦਿੱਤਾ, ਮੱਥਾ ਟੇਕ ਦਿੱਤਾ। ਲਹਿਣਾ ਪਿਖ ਡਰਿਓ ਬਿਸਮਾਇਓ। ਭਾਈ ਲਹਿਣਾ ਜੀ ਇਹ ਕੁਝ ਦੇਖ ਕੇ ਵੀ ਗੁਰੂ ਸਾਹਿਬ ਜੀ ਨੇ ਮੈਨੂੰ ਕਿ ਸਾਨੂੰ ਭੇਟਾ ਰੱਖ ਦਿੱਤੀ ਹੈ, ਹੱਥ ਜੋੜ ਕੇ ਮੱਥਾ ਟੇਕ ਦਿੱਤਾ, ਜਿਨ੍ਹਾਂ ਨੂੰ ਅਸੀਂ ਪਰਮੇਸ਼ਰ ਰੂਪ ਕਰਕੇ ਮੰਨਿਆ ਹੈ। ਸ੍ਰੀ ਪਰਮ ਲਹਿਣਾ ਜੀ ਇਹ ਰੀਤੀ ਮਹਾਰਾਜ ਦੀ ਵੇਖ ਕੇ ਬੜੇ ਅਚਰਜ ਹੋਏ ਅਤੇ ਬੜੇ ਡਰੇ ਹਨ। ਔਰ ਵਿਚਾਰ ਵਿਪਰੀਤ ਮਹਾਨਾ। ਇਹਦੇ ਵਿੱਚ ਬੜੀ ਉਲਟੀ ਰੀਤੀ ਵਿਚਾਰ ਕੇ ਵੀ ਬੜੀ ਮਾੜੀ ਗੱਲ ਹੈ ਵੀ ਅਸੀਂ ਸੇਵਕ ਹਾਂ, ਗੁਰੂ ਕੇ ਦਾਸ ਹਾਂ ਅਤੇ ਸਾਨੂੰ ਮੱਥਾ ਟੇਕ ਦਿੱਤਾ ਅੱਜ। ਤਿਹ ਸ਼ਨ ਇਹ ਬਿਦ ਬਚਨ ਬਖਾਨਾ। ਕਿਉਂ ਅਚਰਜ ਹੋਏ ਮਹਾਰਾਜ ਜੀ? ਕਿਉਂਕਿ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਤਾ ਦੀ ਕੋਈ ਚਾਹਨਾ ਨਹੀਂ ਸੀ। ਹੁਣ ਜਿਹਨੂੰ ਚਾਹਨਾ ਹੋਊਗੀ ਉਹਨੂੰ ਇਹ ਕਰੂ ਅਤੇ ਉਹਦੇ ਖੁਸ਼ ਹੋ ਜਾਊ ਵੀ ਜੋ ਮੈਂ ਚਾਹੁੰਦਾ ਸੀ ਅੱਜ ਮੈਨੂੰ ਮਿਲ ਗਿਆ। ਇਹੀ ਤਾਂ ਮੈਂ ਚਾਹੁੰਦਾ ਸਾਂ ਵੀ ਮੈਂ ਗੁਰਤਾ 'ਤੇ ਕਦੋਂ ਬੈਠਾਂਗਾ। ਜਿਵੇਂ ਅੱਜ ਕੱਲ੍ਹ ਉਹ ਲੜਦੇ ਮਰਦੇ ਹੈ ਗੁਰਤਾ ਵਾਸਤੇ, ਗੱਦੀਆਂ ਵਾਸਤੇ, ਕੁਰਸੀਆਂ ਵਾਸਤੇ। ਉਹਦੇ ਪਹਿਲਾਂ ਹੀ ਚਾਹੁੰਦੇ ਹੁੰਦੇ ਕਦੋਂ ਕੋਈ ਆਵੇ ਅਤੇ ਮੈਨੂੰ ਮੱਥਾ ਟੇਕੇ। ਇੱਧਰ ਤਾਂ ਸ੍ਰੀ ਪਰਮ ਲਹਿਣਾ ਜੀ ਨੂੰ ਤਾਂ ਖਿਆਲ ਹੀ ਨਹੀਂ ਹੈ ਮਨ 'ਚ, ਇਹ ਕੋਈ ਫੁਰਨਾ ਹੀ ਨਹੀਂ ਹੈ ਵੀ ਅਸਾਂ ਨੇ ਜਿਹੜਾ ਸੁਭਾਏਮਾਨ ਹੋਣਾ ਗੁਰਤਾ 'ਤੇ। ਤਾਂ ਹੀ ਇਹ ਦੇਖ ਕੇ ਵੀ ਮਹਾਰਾਜ ਨੇ ਸਾਨੂੰ ਮੱਥਾ ਟੇਕ ਦਿੱਤਾ ਹੈ।
ਵੀ ਤੇ ਅਸੀਂ ਦਾਸ ਹਾਂ, ਗੁਰੂ ਸਾਡੇ ਪਰਮਾਤਮਾ ਰੂਪ ਹੈ। ਬੜੇ ਅਚਰਜ ਹੋਏ, ਭੈ ਭੀਤ ਹੋਏ ਹੈ। ਫਿਰ ਇਹਦੇ ਵਿੱਚ ਬੜੀ ਉਲਟੀ ਰੀਤੀ ਵਿਚਾਰੀ ਹੈ। ਤੁਮ ਕਰਤਾਰ ਸਰਬ ਸਿਰਤਾ ਤੇਸ਼ਨ ਇਹ ਬਿਦ ਬਚਨ ਮੁਖਾਨਾ। ਉਸ ਸਮੇਂ ਇਹ ਬਚਨ ਕਿਹਾ। ਤੁਮ ਕਰਤਾਰ ਸਰਬ ਸਿਰਤਾ ਜਾ। ਗੁਰੂ ਨਾਨਕ ਸਾਹਿਬ ਜੀ ਤੁਸੀਂ ਤੇ ਕਰਤਾਰ ਪਰਮੇਸ਼ਰ ਰੂਪ ਹੋ, ਸਾਰੀ ਸ੍ਰਿਸ਼ਟੀ ਦੇ ਸਰਤਾਜ ਹੋ, ਭਾਵ ਸ਼੍ਰੋਮਣੀ ਹੋ ਸਭ ਤੋਂ। ਪਰਮ ਪਰਮੇਸ਼ਰ ਸ੍ਰੀ ਮਹਾਰਾਜਾ। ਪਰਮ ਵੱਡਿਆਂ ਦੇ ਵੱਡੇ ਤੁਸੀਂ ਈਸ਼ਰ ਹੋ। ਜਿੰਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਈਸ਼ਰ ਮੰਨੇ ਗਏ ਹੈ, ਇਹਨਾਂ ਸਾਰਿਆਂ ਦੇ ਤੁਸੀਂ ਈਸ਼ਰ ਹੋ। ਸੋਭਾ ਵਾਲੇ ਮਹਾਰਾਜਿਆਂ ਦੇ ਮਹਾਰਾਜਾ ਹੋ। ਜਿਸ ਤਨ ਕੋ ਤੁਮ ਨੈ ਸਿਰ ਨਿਆਇਓ। ਗੁਰੂ ਨਾਨਕ ਸਾਹਿਬ ਜੀ ਜਿਸ ਇਹ ਮੇਰੇ ਸਰੀਰ ਨੂੰ ਤੁਸਾਂ ਨੇ ਆਪਣਾ ਸੀਸ ਨਵਾਇਆ, ਮੱਥਾ ਟੇਕਿਆ ਹੈ। ਉਚਿਤ ਵੱਡੇ ਦੁਖ ਮੈਂ ਲੱਖ ਪਾਇਓ। ਮੈਂ ਜਾਣ ਪਾਇਆ ਵੀ ਇਹ ਸਰੀਰ ਜਿਹੜਾ ਨਾ ਦੋਸ਼ੀ ਹੈ, ਵੱਡੇ ਦੁੱਖ ਦੇ ਯੋਗ। ਇਹਨੂੰ ਵੱਡਾ ਦੁੱਖ ਮਿਲਣਾ ਚਾਹੀਦਾ ਇਹ ਸਰੀਰ ਨੂੰ। ਦੋਹਰਾ ਸੁਣ ਕੈ ਸ੍ਰੀ ਗੁਰ ਤਬ ਕਹਿਓ। ਸੁਣ ਕੇ ਸ੍ਰੀ ਪਰਮ ਲੈਣਾ ਜੀ ਤੋਂ ਗੁਰੂ ਅੰਗਦ ਦੇਵ ਮਹਾਰਾਜ ਤੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਤਦੋਂ ਕਿਹਾ। ਕਿਰਪਾ ਰਸੀਲੇ ਨਾਨਾ। ਨੇਤਰਾਂ ਵਿੱਚ ਬੜੀ ਕਿਰਪਾ ਹੀ ਭਰੀ ਹੋਈ ਹੈ, ਸੋਹਣੀ ਕਿਰਪਾ ਨਾਲ ਭਰੇ ਹੋਏ ਨੇਤਰਾਂ ਨਾਲ ਕਿਹਾ। ਪੁਰਖਾ ਬਸ ਪੂਸ਼ਨ ਕਰਹੁ। ਬਸ ਪੁਰਖਾ ਗੁਰੂ ਅੰਗਦ ਦੇਵ ਨੇ ਕਹਿੰਦੇ, ਪੁਰਖਾ ਬਸ ਕਰ ਪੁਰਖਾ, ਬਸ ਹੁਣ ਤੂੰ ਚੋਪੀ ਕਰ ਜਾ। ਬਹੁਰ ਨ ਬੋਲੋ ਬਾਨਾ। ਫੇਰ ਨਾ ਇਹੋ ਜਿਹੇ ਬਚਨ ਬੋਲਿਓ ਵੀ ਸਾਡਾ ਜਿਹੜਾ ਸਰੀਰ ਹੈ, ਜਿਹਨੂੰ ਤੁਸਾਂ ਨੇ ਮੱਥਾ ਟੇਕਿਆ, ਦੁੱਖ ਦੇਣੇ ਯੋਗ ਹੈ। ਚੌਪਈ ਜੋ ਚਰਹੁ ਸੋ ਹੋਵੈ ਸਾਚੀ। ਜੋ ਤੁਸੀਂ ਕਹੋਗੇ ਉਹ ਤੇ ਜਿਹੜੀ ਹੈ ਨਾ ਗੱਲ ਹੁਣ ਸੱਚੀ ਹੋ ਜਾਏਗੀ ਅੱਜ ਤੋਂ। ਪੁਨ ਅਸ ਕਰਹੁ ਨਾ ਗਿਰਾ ਉਬਾਚੀ। ਫੇਰ ਨਾ ਇਹੋ ਜਿਹਾ ਬਚਨ ਕਦੀ ਕਹਿਣਾ ਕਰਨਾ ਵੀ ਗੁਰੂ ਨਾਨਕ ਸਾਹਿਬ ਤੁਸਾਂ ਨੇ ਜੇ ਸਰੀਰ ਨੂੰ ਮੱਥਾ ਟੇਕਿਆ, ਦੁੱਖ ਦੇਣੇ ਯੋਗ ਨੂੰ ਦੁੱਖ ਮਿਲਣਾ ਚਾਹੀਦਾ, ਇਹ ਕਸ਼ਟ ਪਾਉਣਾ ਚਾਹੀਦਾ। ਇਹ ਬਚਨ ਅੱਜ ਤੋਂ ਨਹੀਂ ਕਹਿਣਾ। ਜੋ ਤੁਸੀਂ ਕਹੋਗੇ ਉਹ ਸੱਚ ਹੋ ਜਾਏਗਾ। ਆਇਸ ਮਨਹ ਆਸ ਮਤ ਮੇਰੋ। ਸਾਡਾ ਤੇ ਐਸਾ ਹੀ ਮਤ ਹੈ, ਐਸਾ ਹੀ ਸਾਡਾ ਸਿਧਾਂਤ ਹੈ ਵੀ ਤੁਸੀਂ ਸਾਡੀ ਬਸ ਆਗਿਆ ਹੀ ਮੰਨੋ ਜੋ ਕਰਦੇ ਹਾਂ। ਭਾ ਸਭ ਕੋ ਗੁਰ ਹੋਇ ਜਗ ਚੇਰੋ। ਸਾਰਿਆਂ ਦੇ ਗੁਰੂ ਹੋ ਤੁਸੀਂ, ਗੁਰੂ ਹੋ ਅੱਜ ਤੋਂ, ਤੇ ਸਾਰਾ ਜਗ ਤੁਹਾਡਾ ਚੇਲਾ ਹੋ ਗਿਆ ਹੈ। ਅੰਗਦ ਨਾਮ ਆਜ ਤੇ ਹੋਹੀ। ਅੱਜ ਤੋਂ ਤੁਹਾਡਾ ਜਿਹੜਾ ਨਾਮ ਹੈ ਉਹ ਅੰਗਦ ਹੋ ਗਿਆ ਹੈ। ਨਿਜ ਅੰਗਨ ਤੇ ਕੀਨੋ ਤੋਹੀ। ਕਿਉਂਕਿ ਅਸਾਂ ਨੇ ਆਪਣੇ ਅੰਗਾਂ ਵਿੱਚੋਂ ਹੀ ਤੁਹਾਨੂੰ ਪ੍ਰਗਟ ਕੀਤਾ ਹੈ। ਆਪਣੀ ਜੱਫੀ ਵਿੱਚ ਲੈ ਕੇ ਆਪਣੇ ਅੰਗਾਂ ਨਾਲ ਛੁਹਾ ਕੇ ਤੇ ਤੁਹਾਨੂੰ ਆਪਣਾ ਅੰਗ ਦੇ ਦਿੱਤਾ, ਪੱਖ ਦੇ ਦਿੱਤਾ ਹੈ। ਇਸ ਕਰਕੇ ਅਸਾਂ ਨੇ ਤੁਹਾਨੂੰ ਪੱਖ ਦੇ ਦਿੱਤਾ ਹੈ। ਤੁਸੀਂ ਅੰਗਦ ਰੂਪ ਹੋ, ਗੁਰੂ ਅੰਗਦ ਦੇਵ ਜੀ ਹੋ ਗਏ ਹੋ। ਹੁਣ ਤੁਸੀਂ ਆਪਣੇ ਸਿੱਖ ਸੇਵਕਾਂ ਨੂੰ ਅੰਗ ਦਿਓਗੇ, ਪੱਖ ਦਿਓਗੇ। ਸਿਮਰਨ ਸਤ ਨਾਮ ਪ੍ਰਗਟਾਵੋ। ਬਸ ਪੁਰਖਾਂ ਤੇ ਤੁਸਾਂ ਨੇ ਗੁਰੂ ਰੂਪ ਹੋ ਕੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਹੀ ਪ੍ਰਗਟ ਕਰਨਾ ਹੈ। ਜਹਾਂ ਤਹਾਂ ਸਿੱਖੀ ਰੀਤ ਚਲਾਵਾਂ। ਜਿੱਥੇ ਕਿੱਥੇ ਵੀ ਹੈ ਗੁਰੂ ਕੀ ਸਿੱਖੀ ਦੀ ਰੀਤੀ ਮਰਿਆਦਾ ਚਲਾਉਣੀ ਹੈ, ਚਲਾਵੋ। ਅਸ ਕਹਿ ਪ੍ਰਭ ਦਾ ਰੂਪ ਸਹਾਇਓ। ਇਸ ਤਰ੍ਹਾਂ ਕਹਿ ਕੇ, ਇਸ ਤਰ੍ਹਾਂ ਕਿਹਾ ਹੈ। ਕਈ ਸਾਹਿਬ ਜੀ ਕਹਿੰਦੇ ਹੈ ਪ੍ਰਭੂ ਜੀ ਨੇ ਦੋ ਰੂਪ ਸੋਭਨੀਕ ਕਰ ਦਿੱਤੇ, ਭਾਵ ਇੱਕ ਪਾਸੇ ਤੇ ਗੁਰੂ ਨਾਨਕ ਦੇਵ ਪਰਮੇਸ਼ਰ ਰੂਪ ਸੋਭਨੀਕ ਹੋ ਰਹੇ ਹੈ, ਇਸ ਇੱਕ ਪਾਸੇ ਗੁਰੂ ਅੰਗਦ ਦੇਵ ਮਹਾਰਾਜ ਜੀ ਸੋਹਣੇ ਸਰੂਪ ਵਿੱਚ ਹੀ ਸੋਭਨੀਕ ਹੋ ਰਹੇ। ਐਵੇਂ ਮਾਨੋ ਕਿ ਦੋ ਪਰਮੇਸ਼ਰ ਹੀ ਸੋਭਨੀਕ ਹੋ ਰਹੇ ਹੈ ਖੜੇ ਹੋਏ। ਜਨ ਸ੍ਰੀ ਗੰਗ ਤਰੰਗ ਉਠਾਇਓ। ਮਾਨੋ ਕਿ ਗੁਰੂ ਮਹਾਰਾਜ ਜੀ ਨੇ ਤੇ ਜਿਹੜੀ ਗੰਗਾ ਹੈ, ਜਿਹੜੀ ਮਾਨੋ ਕਿ ਜਿਹੜੀ ਗੰਗਾ ਹੈ ਨਾ ਸ਼੍ਰੋਮਣੀ, ਉਸ ਗੰਗਾ ਨੇ ਤਰੰਗ ਉਠਾਇਆ ਹੋਇਆ ਹੈ। ਭਾਵ ਜਿਵੇਂ ਗੰਗਾ 'ਚ ਲਹਿਰਾਂ ਉੱਠਦੀਆਂ, ਉਹ ਲਹਿਰਾਂ ਵੱਖਰੀਆਂ ਨਹੀਂ ਤੇ ਗੰਗਾ ਵੱਖਰੀ ਨਹੀਂ। ਗੁਰੂ ਨਾਨਕ ਸਾਹਿਬ ਜੀ ਗੰਗਾ ਰੂਪ ਹਨ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਤਰੰਗ ਹੀ ਮਾਨੋ ਉੱਠੀ ਹੈ। ਜਿਵੇਂ ਤਰੰਗਾਂ 'ਚ ਭੇਦ ਨਹੀਂ ਨਾ ਹੁੰਦਾ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ, ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਗੰਗਾ ਰੂਪ ਹਨ।
ਤੇ ਸ੍ਰੀ ਪਰਮ ਲੈਣਾ ਗੁਰੂ ਅੰਗਦ ਦੇਵ ਜੀ ਤਰੰਗ ਹੀ ਉੱਠੀ ਹੋਈ ਹੈ। ਨੀਕੇ ਦਿਵਿਓ ਪ੍ਰਕਾਸ਼ ਵਿਸਾਲਾ। ਉਸ ਵੇਲੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸੋਹਣੇ ਸਰੂਪ ਉੱਪਰ ਜਿਹੜਾ ਪ੍ਰਕਾਸ਼ ਤੇਜ ਪ੍ਰਤਾਪ ਹੈ, ਬਹੁਤ ਚੰਗਾ ਹੀ ਪ੍ਰਕਾਸ਼ਿਆ ਹੈ। ਜੋ ਮਸਾਲ ਤੇ ਜਗੇ ਮਸਾਲਾ। ਇਹ ਤੇ ਉਹ ਕਲਾ ਵਰਤ ਗਈ ਹੈ, ਜਿਵੇਂ ਕਹਿੰਦੇ ਰਾਜਿਆਂ ਦੇ ਮਹਿਲਾਂ ਵਿੱਚ ਮਸਾਲ ਤੋਂ ਦੂਜੀ ਮਸਾਲ ਜਗਾ ਲਈਦੀ ਹੈ, ਜਿਹਦੇ ਵਿੱਚ ਫਲੇਲ ਦਾ ਤੇਲ ਪੈਂਦਾ ਤੇ ਉਹ ਮਸਾਲਾਂ ਟੰਗੀਆਂ ਹੁੰਦੀਆਂ, ਜਿਨ੍ਹਾਂ 'ਚ ਅੱਗ ਨਾਲ ਪ੍ਰਕਾਸ਼ ਕੀਤਾ ਜਾਂਦਾ ਸੀ। ਜਿਵੇਂ ਮਸਾਲ ਤੋਂ ਮਸਾਲ ਜਗਦੀ ਹੈ, ਜਗ ਮਹਿ ਉਲਟੀ ਗੰਗ ਵਹਾਈ। ਐਵੇਂ ਸਤਿਗੁਰ ਜੀ ਨੇ ਤੇ ਸੰਸਾਰ ਵਿੱਚ ਰਹਿੰਦਿਆਂ ਨਾ ਉਲਟੀ ਗੰਗਾ ਵਹਾ ਦਿੱਤੀ ਹੈ। ਸਿੱਖ ਕੋ ਕਰ ਗੁਰ ਦੀ ਗੁਰਿਆਈ। ਸਿੱਖ ਨੂੰ ਆਪਣਾ ਗੁਰੂ ਕਰ ਲਿਆ ਤੇ ਗੁਰਿਆਈ ਬਖਸ਼ ਦਿੱਤੀ ਹੈ। ਇਹ ਉਲਟੀ ਗੰਗ ਵਗਾ ਦਿੱਤੀ ਨਾ ਮਹਾਰਾਜ ਨੇ, ਵੀ ਗੰਗਾ ਜਿਹੜੀ ਹੈ ਉਹ ਹੁਣ ਹਮੇਸ਼ਾ ਚੜ੍ਹਦੇ ਨੂੰ ਜਾਂਦੀ ਤੇ ਲਹਿੰਦੇ ਨੂੰ ਕਰ ਦਿੱਤੀ ਸਤਿਗੁਰੂ ਜੀ ਨੇ। ਵੀ ਅੱਜ ਤੱਕ ਜਿੰਨੇ ਵੀ ਅਵਤਾਰ ਹੋਏ ਉਹਨਾਂ ਨੇ ਆਪਣੇ ਸੇਵਕ ਨੂੰ ਨਹੀਂ ਵਧਾਇਆ, ਆਪਣੀ ਅੰਸ਼ ਬੰਸ ਹੁੰਦਿਆਂ ਅੰਸ਼ ਬੰਸ ਦੀ ਝੋਲੀ ਵਿੱਚ ਹੀ ਆਪਣੇ ਤਖਤ ਪਾਇਆ। ਪਰ ਗੁਰੂ ਨਾਨਕ ਸਾਹਿਬ ਨੇ ਪੁੱਤਰਾਂ ਨੂੰ ਛੱਡ ਕੇ ਤੇ ਸੇਵਕ ਨੂੰ ਵਡਿਆਈ ਦਿੱਤੀ, ਵੀ ਆਪਣਾ ਸਿੱਖ ਨੂੰ ਗੁਰੂ ਕਰ ਲਿਆ ਤੇ ਗੁਰਿਆਈ ਬਖਸ਼ ਦਿੱਤੀ ਹੈ। ਭਾਈ ਗੁਰਦਾਸ ਜੀ ਲਿਖਦੇ ਹੈ, ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਉਲਟੀ ਗੰਗ ਵਹਾਈ ਓਨ, ਗੁਰ ਅੰਗਦ ਸਿਰ ਉੱਪਰ ਧਾਰਾ। ਇਹ ਉਲਟੀ ਗੰਗ ਹੀ ਮਹਾਰਾਜ ਨੇ ਵਹਾ ਦਿੱਤੀ, ਵੀ ਆਪਣੇ ਸੇਵਕ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਕਰਕੇ ਸਿਰ ਉੱਪਰ ਧਾਰਾ, ਆਪਣੇ ਤੋਂ ਉੱਪਰ ਸਥਾਪਨ ਕਰ ਦਿੱਤਾ। ਭਾਵ ਆਪ ਸਿੱਖ ਮਹਾਰਾਜ ਹੋ ਗਏ ਤੇ ਉਹਨਾਂ ਨੂੰ ਗੁਰੂ ਕਰ ਦਿੱਤਾ। ਸਿੱਖ ਗੁਰੂ, ਗੁਰੂ ਸਿੱਖ ਹੈ, ਆਪੇ ਗੁਰ ਆਪੇ ਹੈ ਚੇਲਾ। ਵੀ ਆਪ ਹੀ ਮਾਰੇ ਗੁਰੂ ਹੈ, ਆਪ ਹੀ ਚੇਲੇ ਹੈ। ਕਿਸ ਤਰ੍ਹਾਂ ਵੀ ਗੁਰੂ ਨਾਨਕ ਸਾਹਿਬ ਆਪ ਹੀ ਗੁਰੂ ਸਨ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਉਸ ਵੇਲੇ ਚੇਲੇ ਸਨ। ਉਹਨਾਂ ਨੂੰ ਗੁਰਿਆਈ ਬਖਸ਼ ਦਿੱਤੀ ਤੇ ਮਹਾਰਾਜ ਆਪ ਵੇਖ ਲਓ ਚੇਲੇ ਹੋ ਗਏ, ਮੱਥਾ ਟੇਕ ਦਿੱਤਾ। ਐਸਾ ਗੁਰੂ ਕੋਈ ਹੈ ਜਿਹੜਾ ਐਵੇਂ ਕਰੇ? ਕੋਈ ਨਹੀਂ ਕਰਦਾ। ਆਪਣੇ ਅੰਸ਼ ਬੰਸ ਭਾਵੇਂ ਉਹ ਵਿਗੜੀ ਵਿਕਾਰੀ ਹੋਵੇ, ਉਹਨੂੰ ਹੀ ਗੱਦੀ ਦੇਣਗੇ ਅੱਗੇ ਅੱਗੇ, ਜਿਵੇਂ ਸੰਤ ਹੁਣ ਚੱਲਦੇ ਆਉਂਦੇ। ਸੇਵਕ ਦੀ ਸੇਵਕੀ ਕਿੱਥੇ ਰਹਿ ਗਈ ਹੈ? ਇਹ ਤੇ ਗੁਰੂ ਸਾਹਿਬ ਜੀ ਨੇ ਸੇਵਕਾਂ ਨੂੰ ਸੇਵਕੀ ਬਖਸ਼ੀ ਹੈ, ਗੁਰਿਆਈਆਂ ਬਖਸ਼ੀਆਂ ਹੈ। ਪੁੱਤਰੀ ਕੌਲਾ ਪਾਲਿਆ, ਮਨ ਖੋਟੇ ਆਕੀ ਨਸਿਆਰਾ। ਪੁੱਤਰਾਂ ਨੇ ਗੁਰੂ ਕਾ ਬਚਨ ਨਹੀਂ ਪਾਲਿਆ, ਮਨ ਖੋਟੇ ਸਨ ਤੇ ਆਕੀ ਹੋ ਕੇ ਗੁਰੂ ਕੇ ਹਰ ਬਚਨ ਤੋਂ ਨਸ ਗਏ। ਤੇ ਮਹਾਰਾਜ ਨੇ ਗੁਰੂ ਅੰਗਦ ਸਿਰ ਉੱਪਰ ਧਾਰਾ, ਗੁਰੂ ਅੰਗਦ ਦੇਵ ਜੀ ਨੂੰ ਆਪਣੇ ਤੋਂ ਉੱਪਰ ਕਰਕੇ ਸਥਾਪਨ ਕੀਤਾ ਸੀ। ਇੱਥੇ ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ, ਉਸੇ ਤਰ੍ਹਾਂ ਕਵੀ ਸਾਹਿਬ ਜੀ ਕਹਿ ਰਹੇ ਹੈ ਕਿ ਸੰਸਾਰ ਵਿੱਚ ਮਾਰੇ ਉਲਟੀ ਗੰਗਾ ਵਹਾ ਦਿੱਤੀ, ਕਿ ਸਿੱਖ ਨੂੰ ਗੁਰੂ ਕਰ ਲਿਆ ਤੇ ਗੁਰੂ ਕਰਕੇ ਉਹਨੂੰ ਗੁਰਿਆਈ ਬਖਸ਼ ਦਿੱਤੀ, ਆਪਣੇ ਤੋਂ ਉੱਪਰ ਚੁੱਕ ਦਿੱਤਾ। ਇਸ ਪ੍ਰਕਾਰ ਤਿਹ ਤਖਤ ਬਿਠਾਇਓ। ਇਸ ਪ੍ਰਕਾਰ ਸਤਿਗੁਰੂ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਆਪਣੇ ਗੁਰਿਆਈ ਤਖਤ ਤੇ ਬਿਠਾ ਦਿੱਤਾ, ਬਿਰਾਜਮਾਨ ਕਰ ਦਿੱਤਾ। ਬਾਹਰੋਂ ਸਭ ਸੋ ਬਚਨ ਅਲਾਇਓ। ਫਿਰ ਸਾਰਿਆਂ ਨਾਲ ਹੀ ਮਹਾਰਾਜ ਜੀ ਨੇ ਬਚਨ ਕਿਹਾ, ਜੇ ਕੋ ਹੈ ਮੇਰੋ ਅਨਸਾਰੀ। ਭਾਈ ਜੇ ਕੋਈ ਸਾਡੇ ਜਿਹੜਾ ਅਨਸਾਰੀ ਹੋਵੇਗਾ, ਨਮੋ ਕਰਹਿ ਪਦ ਪਰ ਸਿਰ ਧਾਰੀ। ਉਹ ਆਪਣਾ ਜਿਹੜਾ ਸੀਸ ਹੈ ਇਹ ਭਾਈ ਲਹਿਣਾ ਭਾਵ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਉੱਪਰ ਰੱਖੇਗਾ, ਕਦੇ ਨਮਸਕਾਰ ਕਰੇਗਾ। ਮਮ ਸਰੂਪ ਕੋ ਜੈਸਾ ਜਾਣੈ। ਇਸ ਤਰ੍ਹਾਂ ਤੁਸੀਂ ਸਾਡੇ ਸਰੂਪ ਨੂੰ ਜਾਣਦੇ ਸੋ, ਕਿਸੀ ਪ੍ਰਕਾਰ ਇਸੈ ਮਨ ਮਾਨੈ। ਉਸੇ ਤਰ੍ਹਾਂ ਹੀ ਤੁਸੀਂ ਇਸ ਸਾਡੇ ਸੇਵਕ ਭਾਈ ਲਹਿਣਾ ਜੀ ਨੂੰ ਮਨ ਵਿੱਚ ਮੰਨਣਾ ਹੈ ਤੇ ਮੰਨੇ। ਜਿਹੜਾ ਸਾਡੇ ਅਨਸਾਰੀ ਹੋਵੇਗਾ ਤਾਂ ਉਹ ਇਹਨਾਂ ਨੂੰ ਨਮਸਕਾਰ ਕਰੇਗਾ ਤੇ ਜਿਵੇਂ ਸਾਡੇ ਸਰੂਪ ਨੂੰ ਮੰਨਦੇ ਨੇ ਇਹਨਾਂ ਨੂੰ ਮੰਨੇਗਾ। ਕਿਉਂਕਿ ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫਿਰ ਪਲਟੀ ਹੈ, ਵੀ ਜੋਤ ਉਹੀ ਹੈ, ਜੁਗਤੀ ਉਹੀ ਹੈ, ਸਭ ਕੁਝ ਉਹੀ ਹੈ। ਇੱਕ ਸਰੀਰ ਹੀ ਦੀ ਦੇਹ ਹੀ ਪਲਟੀ ਹੈ, ਵੀ ਵੇਖਣ 'ਚ ਲੱਗੇਗਾ ਵੀ ਇਹ ਗੁਰੂ ਅੰਗਦ ਦੇਵ ਸਾਹਿਬ ਦਾ ਸਰੂਪ ਵੱਖਰਾ ਹੈ ਸਰੀਰ ਦਾ, ਬਾਹਰੀ ਗੁਰੂ ਨਾਨਕ ਸਾਹਿਬ ਦਾ ਸਰੂਪ ਵੱਖਰਾ ਸੀ। ਨੈਣ ਨਕਸ਼ਾਂ ਦੇ ਫਰਕ ਪਵੇਗਾ, ਬਾਕੀ ਦੇ ਮਹਾਰਾਜ ਜੀ ਦੀ ਜੋਤ ਉਹੀ ਹੈ। ਜਿਵੇਂ ਪਰਿਪੂਰਨ ਪਰਮੇਸ਼ਰ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਤਖਤ ਉੱਪਰ ਬਿਠਾ ਦਿੱਤਾ।
ਜਿਵੇਂ ਫਿਰ ਸਿੱਖਾਂ ਨੂੰ ਗੁਰੂ ਮਹਾਰਾਜ ਨੇ ਸਿੱਖਿਆ ਦਿੱਤੀ, ਜੋ ਬਚਨ ਕੀਤੇ ਉਹ ਪ੍ਰਸੰਗ ਰਹਿੰਦੇ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਹੀ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣ ਹਾਰੇ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਜੇ ਕੋ ਹੋਇ ਮੇਰੋ ਅਨਸਾਰੀ, ਨਮੋ ਕਰਹਿ ਪਦ ਪਰ ਸਿਰ ਧਾਰੀ। ਮਮ ਸਰੂਪ ਕੋ ਜੈਸਾ ਜਾਨੈ, ਤਿਸੀ ਪ੍ਰਕਾਰ ਇਸੈ ਮਨ ਮਾਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।